ਸਤਿ ਸ਼੍ਰੀ ਅਕਾਲ। ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਤਾਜ਼ਾ ਖਬਰਾਂ ਦੇ ਨਾਲ ਮੈਂ ਹਰਸ਼ਰਨ ਕੌਰ ਹਾਜ਼ਰ ਹਾਂ। ਖਬਰਾਂ ਦੇ ਵਿੱਚ ਅੱਜ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ 20 ਲੱਖ ਕਰੋੜ ਦੇ ਆਰਥਿਕ ਰਾਹਤ ਪੈਕੇਜ ਦੀ, ਜਿਹੜਾ ਕਿ ਭਾਰਤ ਸਰਕਾਰ ਨੇ ਭਾਰਤੀਆਂ ਦੇ ਲਈ ਜਾਰੀ ਕੀਤਾ ਹੈ। ਆਖਿਰਕਾਰ 20 ਲੱਖ ਕਰੋੜ ਕਿਵੇਂ ਤੇ ਕਿੰਨਾ ਲੋਕਾਂ ਨੂੰ ਮਿਲੇਗਾ, ਇਹ ਜਾਣਨਾ ਬਹੁਤ ਜ਼ਰੂਰੀ ਹੈ, ਕਿਉਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਤੋਂ ਐਲਾਨ ਕੀਤਾ ਉਦੋਂ ਤੋਂ ਲੈ ਕੇ ਕਾਫੀ ਲੋਕ ਨੇ ਜਿਹੜੇ ਸਮਰਥਨ ਕਰ ਰਹੇ ਨੇ, ਖੁਸ਼ ਹੋ ਰਹੇ ਨੇ। ਪਰ ਜਿਹੜੇ ਜ਼ਮੀਨੀ ਹਕੀਕਤਾਂ ਨੂੰ ਦੇਖ ਕੇ ਕਈ ਲੋਕ ਨੇ ਜਿਹੜੇ ਨਰਿੰਦਰ ਮੋਦੀ ਦੇ ਇਸ ਐਲਾਨ ਦੇ ਉੱਤੇ ਤੰਜ ਵੀ ਕੱਸ ਰਹੇ ਨੇ। ਹਾਸੇ ਮਜ਼ਾਕ ਦੇ ਵਿੱਚ ਵੀ ਇਸ ਪੈਕੇਜ ਨੂੰ ਲਿਆ ਜਾ ਰਿਹਾ ਹੈ। ਸੋ ਕੀ ਸੱਚਾਈ ਹੈ, ਕਦੋਂ ਕਿਹਨੂੰ ਕੀ ਕੁਛ ਮਿਲੂਗਾ, ਉਸ ਬਾਰੇ ਜਾਣਨ ਤੋਂ ਪਹਿਲਾਂ ਆਪਾਂ ਭਾਰਤ ਦੇ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸੀ ਲੀਡਰ ਪੀ ਚਿਦੰਬਰਮ ਦੇ ਟਵੀਟ ਦੀ ਗੱਲ ਕਰ ਲੈਂਦੇ ਹਾਂ। ਪੀ ਚਿਦੰਬਰਮ ਨੇ ਅੱਜ ਟਵੀਟ ਕੀਤਾ ਕਿ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨੇ ਸਾਨੂੰ ਹੈਡਲਾਈਨ ਦਿੱਤੀ ਹੈ ਤੇ ਪੰਨਾ ਖਾਲੀ ਛੱਡ ਦਿੱਤਾ। ਕੁਦਰਤੀ ਤੌਰ ਤੇ ਮੇਰਾ ਜਵਾਬ ਵੀ ਉਸ ਖਾਲੀ ਪੇਜ ਵਰਗਾ ਹੋਏਗਾ। ਚਿਦੰਬਰਮ ਨੇ ਕਿਹਾ ਕਿ ਅਸੀਂ ਵਿੱਤ ਮੰਤਰੀ ਨੂੰ ਉਸ ਖਾਲੀ ਪੇਜ ਨੂੰ ਭਰਨ ਦੇ ਲਈ ਦੇਖ ਰਹੇ ਹਾਂ। ਅਸੀਂ ਹਰ ਵਾਧੂ ਰੁਪਏ ਨੂੰ ਸਾਵਧਾਨੀ ਦੇ ਨਾਲ ਗਿਣਾਂਗੇ ਜੋ ਸਰਕਾਰ ਅਸਲ ਦੇ ਵਿੱਚ ਅਰਥ ਵਿਵਸਥਾ ਦੇ ਵਿੱਚ ਪਾਏਗੀ। ਅਸੀਂ ਇਸ ਗੱਲ ਦੀ ਵੀ ਜਾਂਚ ਕਰਾਂਗੇ ਕਿ ਸਾਨੂੰ ਕੀ ਮਿਲਦਾ ਹੈ। ਵਿੱਤ ਮੰਤਰੀ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਹੈ ਕਿ ਗਰੀਬ, ਭੁੱਖੇ ਤੇ ਤਬਾਹ ਹੋਏ ਪ੍ਰਵਾਸੀ ਕਾਮੇ ਸੈਂਕੜੇ ਕਿਲੋਮੀਟਰ ਪੈਦਲ ਚੱਲਣ ਤੋਂ ਬਾਅਦ ਸਰਕਾਰ ਤੋਂ ਕੀ ਉਮੀਦ ਕਰ ਸਕਦੇ ਨੇ। ਅਸੀਂ ਦੇਖਾਂਗੇ ਕਿ ਅਸਲੀ ਧਨ ਦੇ ਮਾਮਲੇ ਵਿੱਚ ਹੇਠਲੇ ਹਿੱਸੇ ਯਾਨੀ ਕਿ ਭਾਰਤ ਦੇ 13 ਕਰੋੜ ਪਰਿਵਾਰਾਂ ਨੂੰ ਕੀ ਕੁਛ ਮਿਲੇਗਾ। ਸੋ ਉਸ ਤੋਂ ਬਾਅਦ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਦਾਅਵਾ ਕੀਤਾ, ਜਦੋਂ ਉਹਨਾਂ ਨੇ ਆਪਣੀ ਸਪੀਚ ਹੈ ਜਿਹੜੀ ਸ਼ੁਰੂ ਕੀਤੀ, ਕਿ 20 ਲੱਖ ਕਰੋੜ ਦੇ ਆਰਥਿਕ ਪੈਕੇਜ ਦੇ ਨਾਲ ਭਾਰਤ ਦੀ ਵਿਕਾਸ ਦਰ ਦੇ ਵਿੱਚ ਤੇਜ਼ੀ ਆਏਗੀ ਤੇ ਦੇਸ਼ ਨੂੰ ਆਤਮ ਨਿਰਭਰ ਬਣਾਉਣ ਦੇ ਵਿੱਚ ਇਹ ਜਿਹੜਾ ਪੈਕੇਜ ਹੈ ਉਹ ਮਦਦ ਕਰੇਗਾ ਲੋਕਾਂ ਦੀ। ਸੋ ਕੀ ਕੁਛ ਵੱਡੇ ਐਲਾਨ ਕੀਤੇ ਗਏ ਨੇ। ਜਿਹੜਾ ਖਾਲੀ ਪੇਜ ਛੱਡਿਆ ਸੀ ਪ੍ਰਧਾਨ ਮੰਤਰੀ ਨੇ ਹੈਡਲਾਈਨ ਦੇ ਕੇ, ਉਹਦੇ ਵਿੱਚ ਕੀ ਭਰਿਆ ਅੱਜ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ, ਉਹ ਜ਼ਰੂਰ ਜਾਣ ਲਈਏ। ਸਭ ਤੋਂ ਪਹਿਲੀ ਗੱਲ, ਆਮਦਨ ਕਰ ਜਿਹੜੀ ITR ਟੈਕਸ ਭਰਨ ਦੀ ਤਰੀਕ ਹੈ ਜਿਹੜੀ ਹੁਣ 3 ਨਵੰਬਰ 2020 ਕਰ ਦਿੱਤੀ ਗਈ ਹੈ। ਟੈਕਸ ਆਡਿਟ ਹੈ ਜਿਹੜਾ ਉਹ 31 ਅਕਤੂਬਰ ਤੱਕ ਕਰਵਾਇਆ ਜਾ ਸਕਦਾ ਹੈ। ਪਹਿਲਾਂ ਹੁੰਦਾ ਸੀ ਕਿ ITR ਭਰਨ ਦੀ ਤਰੀਕ ਜਿਹੜੀ ਅਪ੍ਰੈਲ ਦੇ ਐਂਡ ਤੱਕ ਭਰਨੀ ਹੁੰਦੀ ਸੀ ਆਪਾਂ ਸਾਰਿਆਂ ਨੇ, ਪਰ ਹੁਣ 30 ਨਵੰਬਰ ਤੱਕ ਐਕਸਟੈਂਡ ਕਰ ਦਿੱਤੀ ਗਈ ਹੈ। ਉਸ ਤੋਂ ਬਾਅਦ ਹੈ ਕਿ EPF ਦੇ ਵਿੱਚ ਕਰਮਚਾਰੀ ਤੇ ਮਾਲਕ ਦੇ ਹਿੱਸੇ ਲਈ ਸਰਕਾਰ 2500 ਕਰੋੜ ਰੁਪਏ ਦੇਗੀ ਤੇ ਇਹ ਯੋਜਨਾ ਅਗਸਤ ਤੱਕ ਚੱਲੇਗੀ। ਸੋ ਜਦੋਂ ਨਿਰਮਲਾ ਸੀਤਾਰਮਨ ਨੇ ਇਹ ਐਲਾਨ ਕਰਨੇ ਸ਼ੁਰੂ ਕੀਤੇ ਤੇ ਸਭ ਤੋਂ ਪਹਿਲਾਂ ਜਿਹੜੇ ਮੱਧਮ ਵਰਗ ਹੈ ਉਸੇ ਦੀ ਗੱਲ ਕੀਤੀ ਗਈ ਹੈ ਜਿਹੜੀ, ਕਿਉਂਕਿ ਇਹ ਜਿਹੜੇ ਨੌਕਰੀਆਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਹੁਣ ਆਪਾਂ ਕਰ ਰਹੇ ਹਾਂ, ਆਮ ਲੋਕਾਂ ਦੀ ਗੱਲ ਹਲੇ ਆਉਣੀ ਹੈ। EPF ਦੇ ਵਿੱਚ 2500 ਕਰੋੜ ਦੇਵੇਗੀ ਸਰਕਾਰ। ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਦੇ ਲਈ ਬਗੈਰ ਗਰੰਟੀ ਦਾ 3 ਲੱਖ ਕਰੋੜ ਰੁਪਏ ਦਾ ਕਰਜ਼ਾ ਦਿੱਤਾ ਜਾਏਗਾ, ਜਿਹਦੇ ਨਾਲ 45 ਲੱਖ ਇਕਾਈਆਂ ਨੂੰ ਲਾਭ ਪਹੁੰਚੇਗਾ। ਇਹ ਸਰਕਾਰ ਨੇ ਜਿਹੜਾ ਕਿਹਾ, ਤੇ ਨਾਲ ਹੀ ਇਹ ਵੀ ਕਿਹਾ ਕਿ 4 ਸਾਲਾਂ ਦੇ ਲਈ ਇਹ ਜਿਹੜਾ ਲੋਨ ਦਿੱਤਾ ਜਾਏਗਾ ਤੇ ਬਿਨਾਂ ਸ਼ਰਤਾਂ ਤੋਂ ਦਿੱਤਾ ਜਾਏਗਾ। ਕੋਈ ਵੀ ਸ਼ਰਤ ਹੈ ਜਿਹੜੀ ਉਹ ਨਹੀਂ ਰੱਖੀ ਜਾਏਗੀ। ਛੋਟੀਆਂ ਤੇ ਦਰਮਿਆਨੀਆਂ ਸਨਅਤਾਂ ਨੂੰ ਕਰਜ਼ਾ ਮੋੜਨ ਦੇ ਲਈ ਸਾਲ ਦੀ ਮੋਹਲਤ ਦਿੱਤੀ ਜਾਏਗੀ। 9 ਗੈਰ ਵਿੱਤੀ ਕੰਪਨੀਆਂ, ਮਕਾਨਾਂ ਦੀਆਂ ਉਸਾਰਾਂ ਵਿੱਚ ਲੱਗੀਆਂ ਕੰਪਨੀਆਂ ਤੇ ਛੋਟੀਆਂ ਸੰਸਥਾਵਾਂ ਦੇ ਲਈ 30,000 ਕਰੋੜ ਰੁਪਏ ਦਾ ਉਧਾਰ ਫੰਡ ਰੱਖਿਆ ਗਿਆ ਹੈ। ਬਿਜਲੀ ਵੰਡ ਕੰਪਨੀਆਂ ਦੇ ਲਈ 90,000 ਕਰੋੜ ਦੀ ਐਮਰਜੈਂਸੀ ਨਗਦੀ ਹੈ ਜਿਹੜੀ ਉਹ ਰੱਖੀ ਗਈ ਹੈ। ਐਮਰਜੈਂਸੀ ਪਏਗੀ ਤਾਂ ਉਹਨਾਂ ਨੂੰ ਮਿਲੇਗੀ। ਮੁਲਾਜ਼ਮਾਂ ਨੂੰ ਤਨਖਾਹ ਦਾ ਪੈਸਾ ਵੱਧ ਮਿਲੇ, ਇਸ ਲਈ ਸਰਕਾਰ ਨੇ PF ਦੇ ਪੈਸੇ ਦਾ ਇੱਕ ਹਿੱਸਾ ਦੇਣ ਦਾ ਫੈਸਲਾ ਕੀਤਾ ਸੀ। ਯੋਜਨਾ ਤਹਿਤ 100 ਮੁਲਾਜ਼ਮਾਂ ਵਾਲੀ ਕੰਪਨੀ ਵਿੱਚ ਕੰਮ ਕਰਨ ਵਾਲੇ 15,000 ਤੋਂ ਘੱਟ ਤਨਖਾਹ ਵਾਲੇ ਕਵਰ ਕੀਤੇ ਜਾਣਗੇ। ਯਾਦ ਰੱਖਿਓ, ਇਹ ਜ਼ਰੂਰੀ ਹੈ ਕਿ ਕੰਪਨੀ ਦੇ ਵਿੱਚ 100 ਮੁਲਾਜ਼ਮ, ਘੱਟੋ ਘੱਟ 100 ਮੁਲਾਜ਼ਮ ਕੰਮ ਕਰਦੇ ਹੋਣੇ ਜ਼ਰੂਰੀ ਨੇ। ਉਹਦੇ ਵਿੱਚ ਜਿਹੜੇ 15,000 ਤੋਂ ਘੱਟ ਤਨਖਾਹ ਵਾਲੇ ਹੋਣਗੇ ਉਹ ਕਵਰ ਕੀਤੇ ਜਾਣਗੇ। ਉਹਨਾਂ ਦੇ PF ਦੇ ਪੈਸੇ ਦਾ ਇੱਕ ਹਿੱਸਾ ਸਰਕਾਰ ਦੇਗੀ। 2500 ਕਰੋੜ ਰੁਪਏ ਦਾ ਰਿਲੀਫ ਫੰਡ ਵੀ ਦਿੱਤਾ ਜਾਏਗਾ EPF ਦੇ ਲਈ ਤੇ 72.5 ਲੱਖ ਦੇ ਕਰੀਬ ਮੁਲਾਜ਼ਮਾਂ ਨੂੰ ਇਸ ਦਾ ਫਾਇਦਾ ਹੋਏਗਾ। ਤੇ ਸਰਕਾਰ ਹੁਣ 3 ਹੋਰ ਮਹੀਨਿਆਂ ਤੱਕ ਯਾਨੀ ਕਿ ਜੂਨ, ਜੁਲਾਈ, ਅਗਸਤ ਤੱਕ EPF ਦੇ ਵਿੱਚ ਪੈਸਾ ਜਮ੍ਹਾਂ ਕਰਵਾਏਗੀ ਮੁਲਾਜ਼ਮਾਂ ਦੇ ਲਈ। ਸਟੈਚੂਰੀ PF ਦਾ ਯੋਗਦਾਨ 12% ਤੋਂ ਘਟਾ ਕੇ 10% ਕੀਤਾ ਜਾਏਗਾ। ਖਜ਼ਾਨਾ ਮੰਤਰੀ ਨੇ ਇਹ ਵੀ ਕਿਹਾ ਕਿ MSME ਦੀ ਪਰਿਭਾਸ਼ਾ ਦੇ ਵਿੱਚ ਬਦਲਾਅ ਕੀਤਾ ਜਾ ਰਿਹਾ ਹੈ। ਇਹਦੇ ਵਿੱਚ ਮਾਈਕਰੋ ਉਦਯੋਗ, ਛੋਟੇ ਉਦਯੋਗ ਤੇ ਮੀਡੀਅਮ ਉਦਯੋਗ ਸ਼ਾਮਲ ਕੀਤੇ ਜਾ ਰਹੇ ਨੇ। 25 ਲੱਖ ਮਾਈਕਰੋ ਉਦਯੋਗ ਨੇ ਉਹ 25 ਲੱਖ ਤੋਂ 1 ਕਰੋੜ ਦਾ ਨਿਵੇਸ਼ ਕਰ ਸਕਦੇ ਨੇ, 5 ਕਰੋੜ ਦਾ ਵਪਾਰ ਕਰ ਸਕਦੇ ਨੇ। ਛੋਟੇ ਉਦਯੋਗ 10 ਕਰੋੜ ਦਾ ਨਿਵੇਸ਼, 50 ਕਰੋੜ ਦਾ ਟਰਨਓਵਰ। ਮੀਡੀਅਮ ਉਦਯੋਗ 20 ਕਰੋੜ ਨਿਵੇਸ਼ ਤੇ 100 ਕਰੋੜ ਤੱਕ ਦੀ ਆਮਦਨ ਹੈ ਜਿਹੜੀ ਉਹਦਾ ਵਪਾਰ ਕਰ ਸਕਦੇ ਨੇ। ਇੱਕ ਹੋਰ ਐਲਾਨ ਕੀਤਾ ਕਿ ਜਿਹੜੀਆਂ ਸੰਕਟ ਨਾਲ ਜੂਝ ਰਹੀਆਂ ਕੰਪਨੀਆਂ ਨੇ ਉਹਨਾਂ ਨੂੰ ਰਾਹਤ ਦੇਣ ਦੇ ਲਈ ਸਰਕਾਰ ਮੁਲਾਜ਼ਮਾਂ ਦੇ ਕੁਝ ਖਰਚੇ ਚੁੱਕੇਗੀ।
ਅਗਲੇ 3 ਮਹੀਨਿਆਂ ਤੱਕ ਪ੍ਰਾਈਵੇਟ ਕੰਪਨੀਆਂ ਨੂੰ 12% ਦੀ ਥਾਂ ਸਿਰਫ 10% ਦਾ PF ਦਾ ਹਿੱਸਾ ਹੀ ਦੇਣਾ ਪਏਗਾ ਤੇ 10% PF ਦੇ ਵਿੱਚ ਪ੍ਰਾਈਵੇਟ ਕੰਪਨੀਆਂ ਨੂੰ ਜਮ੍ਹਾਂ ਕਰਵਾਉਣਾ ਪਏਗਾ। ਬਾਕੀ ਦਾ ਜਿਹੜਾ 2% PF ਹੈ ਉਹ ਸਰਕਾਰ ਦੇਵੇਗੀ। ਜਿਹੜਾ 15,000 ਤਨਖਾਹ ਵਾਲੇ ਕਰਮਚਾਰੀਆਂ ਦਾ EPF ਦੇਣ ਦਾ ਸਰਕਾਰ ਨੇ ਐਲਾਨ ਕੀਤਾ ਹੈ, ਇਹਦੇ ਨਾਲ ਸਰਕਾਰ ਦਾ ਦਾਅਵਾ ਹੈ ਕਿ 3,67,000 ਸੰਸਥਾਵਾਂ ਦੇ 72,22,000 ਕਰਮਚਾਰੀਆਂ ਨੂੰ ਲਾਭ ਮਿਲੇਗਾ ਤੇ 2500 ਕਰੋੜ ਦਾ ਅਸੀਂ ਲਾਭ ਦਿਆਂਗੇ। ਛੋਟੇ ਤੇ ਮਿਡਲ ਉਦਯੋਗਾਂ ਦੀ ਗੱਲ ਕਰ ਲਈਏ ਤਾਂ ਉਹ ਬੈਂਕ ਤੇ ਗੈਰ ਬੈਂਕਿੰਗ ਸੰਸਥਾਵਾਂ ਦੇ ਜ਼ਰੀਏ ਬਕਾਇਆ ਲੋਨ ਦਾ 20% ਲੈ ਸਕਣਗੇ। ਐਮਰਜੈਂਸੀ ਕ੍ਰੈਡਿਟ ਲਾਈ ਤਹਿਤ 20,000 ਕਰੋੜ ਦਾ ਪ੍ਰਬੰਧ ਕੀਤਾ ਗਿਆ। 2 ਲੱਖ ਛੋਟੇ ਉਦਯੋਗਾਂ ਨੂੰ ਲਾਹਾ ਮਿਲੇਗਾ, ਸਰਕਾਰ ਇਹ ਕਹਿੰਦੀ ਹੈ। ਸੋ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਵੀ ਕਿਹਾ ਸੀ ਕੱਲ ਕਿ ਲੋਕਡਾਊਨ 4 ਜ਼ਰੂਰ ਲੱਗੇਗਾ। 18 ਮਈ ਤੋਂ 17 ਮਈ ਨੂੰ ਤੀਜਾ ਲੋਕਡਾਊਨ ਖਤਮ ਹੋ ਜਾਏਗਾ ਤੇ 18 ਮਈ ਤੋਂ ਚੌਥਾ ਸ਼ੁਰੂ ਹੋ ਜਾਏਗਾ, ਪਰ ਨਵੇਂ ਨਿਯਮਾਂ ਵਾਲਾ ਹੋਏਗਾ। ਪਰ ਇਹਦੀ ਜਾਣਕਾਰੀ 18 ਮਈ ਤੋਂ ਪਹਿਲਾਂ ਦੇ ਦਿੱਤੀ ਜਾਏਗੀ। ਮਹਾਰਾਸ਼ਟਰ ਤੋਂ ਅਹਿਮ ਖਬਰ ਹੈ, ਜਿੱਥੇ 17,000 ਕੈਦੀਆਂ ਨੂੰ ਪੈਰੋਲ ਤੇ ਰਿਹਾ ਕੀਤਾ ਜਾਏਗਾ। PTI ਦੀ ਖਬਰ ਕਹਿੰਦੀ ਹੈ ਕਿ ਔਰੰਗਾਬਾਦ ਹਾਦਸੇ ਦੇ ਵਿੱਚ ਜਿਹੜੇ ਰੇਲ ਦੇ ਥੱਲੇ ਦਰੜ ਕੇ ਮਾਰ ਦਿੱਤੇ ਸੀ 16 ਮਜ਼ਦੂਰ, ਉਹਨਾਂ ਦੇ ਪਰਿਵਾਰਾਂ ਨੂੰ 2-2 ਲੱਖ ਰੁਪਇਆ ਦਿੱਤਾ ਜਾਏਗਾ। ਬਹੁਤ ਹੀ ਨਿਗੂਣੀ ਕੀਮਤ ਹੈ। ਸੋ ਹੁਣ ਖਬਰ ਹੈ ਉਹਨਾਂ ਭਾਰਤੀਆਂ ਦੇ ਲਈ ਜਿਹੜੇ ਵਿਦੇਸ਼ਾਂ ਦੇ ਵਿੱਚ ਫਸੇ ਹੋਏ ਨੇ, ਭਾਰਤੀ ਨਾਗਰਿਕ ਨੇ, ਉਹ ਵਾਪਸ ਆਉਣਾ ਚਾਹੁੰਦੇ ਨੇ। ਲੱਖਾਂ ਦੀ ਗਿਣਤੀ ਦੇ ਵਿੱਚ ਹੈਗੇ ਨੇ। ਪਹਿਲਾ ਪੜਾਅ ਹੈ ਜਿਹੜਾ ਉਹ 12 ਮਈ ਤੱਕ ਪੂਰਾ ਹੋ ਗਿਆ ਸੀ। 7 ਤੋਂ 12 ਮਈ ਤੱਕ ਫਲਾਈਟਾਂ ਚੱਲੀਆਂ ਸੀਗੀਆਂ। ਉਹਨਾਂ ਦੇ ਵਿੱਚ 2171 ਭਾਰਤੀ ਨੇ ਜਿਹੜੇ 11 ਉਡਾਣਾਂ ਦੇ ਰਾਹੀਂ ਵਾਪਸ ਆ ਚੁੱਕੇ ਨੇ ਤੇ ਦੂਜੇ ਗੇੜ ਦਾ ਐਲਾਨ ਕਰ ਦਿੱਤਾ ਗਿਆ, ਜਿਹਦੇ ਵਿੱਚ 149 ਉਡਾਣਾਂ ਨੇ ਜਿਹੜੀਆਂ ਉਹ ਚੱਲਣਗੀਆਂ। 31 ਦੇਸ਼ਾਂ ਤੋਂ ਭਾਰਤੀਆਂ ਨੂੰ ਜਿਹੜਾ ਵਾਪਸ ਲਿਆਂਦਾ ਜਾਵੇਗਾ। ਹੁਣ ਇਹਨਾਂ ਮੁਲਕਾਂ ਦੇ ਵਿੱਚ ਕੈਨੇਡਾ, ਜਰਮਨੀ, ਇਹ ਜਿਹੜੇ ਮੁਲਕ ਨੇ ਉਹ ਵੀ ਸ਼ਾਮਲ ਕਰ ਦਿੱਤੇ ਗਏ ਨੇ। ਪੂਰੀ ਡਿਟੇਲ ਹੈ ਜਿਹੜੀ ਅਸੀਂ ਪੰਜਾਬੀ ਬੁਲੇਟਿਨ ਜਿਹੜਾ ਤੁਹਾਨੂੰ ਪਾਇਆ ਹੈ, 7 ਵਜੇ ਪੰਜਾਬੀ ਬੁਲੇਟਿਨ ਪਬਲਿਸ਼ ਕੀਤਾ ਹੈ, ਉਸ ਦੇ ਬਿਲਕੁਲ ਸਟਾਰਟਿੰਗ ਦੇ ਵਿੱਚ ਅਸੀਂ ਸਾਰੀਆਂ ਫਲਾਈਟਾਂ ਦੀ ਜਾਣਕਾਰੀ ਦਿੱਤੀ ਹੈ ਤੇ ਵੱਖਰੇ ਤੌਰ ਤੇ ਵੀ ਅਸੀਂ ਖਬਰ ਇਹ ਪਾਵਾਂਗੇ। ਤੁਸੀਂ ਸਾਰੀ ਜਾਣਕਾਰੀ ਹੈ ਜਿਹੜੀ ਉੱਥੋਂ ਲੈ ਸਕਦੇ ਹੋ। ਤੇ ਇਹ ਜਾਣਕਾਰੀ ਬੜੀ ਜ਼ਰੂਰੀ ਹੈ ਕਿ ਤੁਸੀਂ ਰਜਿਸਟਰ ਆਪਣੇ ਆਪ ਨੂੰ ਕਿੱਥੇ ਕਰਵਾਉਣਾ ਹੈਗਾ, ਕਿੱਥੇ ਤੁਸੀਂ ਟਿਕਟ ਬੁੱਕ ਕਰਵਾਉਣੀ ਹੈ। ਉਹਦੇ ਲਈ ਤੁਹਾਨੂੰ ਦੱਸ ਦਈਏ ਕਿ ਤੁਸੀਂ ਇੱਕ ਤਾਂ ਅਸੀਂ ਪੰਜਾਬੀਆਂ ਨੂੰ ਵਾਰ-ਵਾਰ ਜਿਹੜਾ ਹੈ ਕਹਿੰਦੇ ਆ ਕਿ covid.help.punjab.gov.in ਦੇ ਉੱਤੇ ਤੁਸੀਂ ਆਪਣੇ ਆਪ ਨੂੰ ਰਜਿਸਟਰ ਕਰਵਾਓ। ਪਰ ਜਿਹੜੀਆਂ ਏਅਰ ਇੰਡੀਆ ਦੀ ਵੈਬਸਾਈਟ ਹੈ ਉਹ ਤੁਸੀਂ ਖੋਲੋਗੇ, ਉਹਦੇ ਤੇ ਫਰੰਟ ਪੇਜ ਦੇ ਉੱਤੇ ਹੀ ਏਅਰ ਇੰਡੀਆ ਕੇਅਰਸ ਇਵੈਕੂਏਸ਼ਨ ਫਲਾਈਟਸ ਸ਼ਡਿਊਲ ਐਂਡ MHA ਗਾਈਡਲਾਈਨਸ, ਬੁੱਕ ਔਨ ਫਲਾਈਟਸ ਐਕਸ ਇੰਡੀਆ, ਜਿਹੜੇ ਬਾਹਰ ਨੇ ਇੰਡੀਆ ਤੋਂ ਉਹ ਫਲਾਈਟਾਂ ਬੁੱਕ ਕਰ ਸਕਦੇ ਨੇ ਏਅਰ ਇੰਡੀਆ ਦੀ ਫਲਾਈਟ ਵੈਬਸਾਈਟ ਦੇ ਉੱਤੇ ਜਾ ਕੇ। ਸੋ ਜਿੰਨਾ ਜਲਦੀ ਹੋ ਸਕਦਾ ਤੁਸੀਂ ਪਲੀਜ਼ ਫਲਾਈਟਾਂ ਬੁੱਕ ਕਰਵਾਓ, ਕਿਉਂਕਿ ਅੱਜ ਜਿਹੜੀਆਂ ਫਲਾਈਟਾਂ ਅਨਾਊਂਸ ਕੀਤੀਆਂ ਗਈਆਂ ਨੇ ਉਹਦੇ ਵਿੱਚ ਸਾਰੇ ਮੁਲਕਾਂ ਨੂੰ ਹੀ ਕਰੀਬ ਸ਼ਾਮਲ ਕੀਤਾ ਗਿਆ। ਜਾਰਜੀਆ, ਇੰਡੋਨੇਸ਼ੀਆ, ਥਾਈਲੈਂਡ, UK, USA, ਸਾਊਦੀ ਅਰਬ, ਬਹਿਰੀਨ, ਬੰਗਲਾਦੇਸ਼, ਸਿੰਗਾਪੁਰ, ਫਿਲੀਪਾਈਨਸ, ਮਲੇਸ਼ੀਆ, UAE, ਓਮਾਨ, ਕੁਵੈਤ, ਕਤਰ ਤੇ ਕੈਨੇਡਾ ਨੂੰ ਵੀ ਇਸ ਵਾਰ ਸ਼ਾਮਲ ਕੀਤਾ ਗਿਆ ਹੈਗਾ। ਕਿਰਗਿਸਤਾਨ, ਤਜ਼ਾਕਿਸਤਾਨ, ਬੈਲਾਰੂਸ, ਯੂਕਰੇਨ, ਕਜ਼ਾਕਿਸਤਾਨ, ਨੇਪਾਲ, ਰਸ਼ੀਆ, ਇਟਲੀ, ਫਰਾਂਸ, ਜਰਮਨੀ, ਆਇਰਲੈਂਡ, ਕੈਨੇਡਾ, ਜਾਪਾਨ, ਨਾਈਜੀਰੀਆ, ਸਾਰੇ ਮੁਲਕਾਂ ਨੂੰ ਸ਼ਾਮਲ ਕੀਤਾ। ਆਸਟ੍ਰੇਲੀਆ ਤੇ ਅਰਮੇਨੀਆ ਨੂੰ ਵੀ ਸ਼ਾਮਲ ਕੀਤਾ। ਸੋ ਤੁਸੀਂ ਜਿੰਨਾ ਜਲਦੀ ਹੋ ਸਕੇ ਏਅਰ ਇੰਡੀਆ ਦੀ ਫਲਾਈਟ ਵੈਬਸਾਈਟ ਦੇ ਉੱਤੇ ਜਾ ਕੇ ਫਲਾਈਟਾਂ ਆਪਣੀਆਂ ਬੁੱਕ ਕਰਵਾ ਲਓ। ਕਿਰਾਇਆ ਤੁਹਾਨੂੰ ਆਪ ਹੀ ਦੇਣਾ ਪਏਗਾ। ਇੱਕ ਹੋਰ ਅਹਿਮ ਖਬਰ ਹੈ, ਭਾਰਤ ਦੇ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦੇਵੀ ਦੇਵਤਿਆਂ ਦੀਆਂ ਉਹਨਾਂ ਮੂਰਤੀਆਂ ਨੂੰ ਜਲ ਪ੍ਰਵਾਹ ਕਰਨ ਤੇ ਪਾਬੰਦੀ ਲਾ ਦਿੱਤੀ ਹੈ ਜਿਹੜੀਆਂ ਪਲਾਸਟਿਕ, ਥਰਮੋਕੋਲ ਜਾਂ ਪਲਾਸਟਰ ਆਫ ਪੈਰਿਸ POP ਤੋਂ ਬਣੀਆਂ ਹੋਣਗੀਆਂ। ਬੋਰਡ ਨੇ ਇਹ ਫੈਸਲਾ ਵਾਤਾਵਰਨ ਨੂੰ ਖਰਾਬ ਹੋਣ ਤੋਂ ਬਚਾਉਣ ਦੇ ਲਈ ਕੀਤਾ ਹੈ, ਕਿਉਂਕਿ ਜਿਹੜਾ ਹੁਣ ਲੋਕਡਾਊਨ ਹੋਇਆ, ਕਰਫਿਊ ਹੋਇਆ, ਉਸ ਤੋਂ ਬਾਅਦ ਬਹੁਤ ਸੁਧਾਰ ਹੋਇਆ ਵਾਤਾਵਰਨ ਦੇ ਵਿੱਚ। ਪਾਣੀ ਬਹੁਤ ਸਾਫ਼ ਹੋਇਆ ਨਦੀਆਂ ਦਾ। ਗੰਗਾ ਨਦੀ ਨੂੰ ਹੀ ਤੁਸੀਂ ਦੇਖ ਲਓ ਕਿ ਸਰਕਾਰਾਂ ਇਹਦੇ ਲਈ ਕਰੋੜਾਂ ਦਾ ਫੰਡ ਰੱਖਿਆ ਸਰਕਾਰਾਂ ਨੇ, ਪਰ ਅੱਜ ਤੱਕ ਗੰਗਾ ਨੂੰ ਸਾਫ਼ ਨਹੀਂ ਕਰ ਸਕੀ। ਹੁਣ ਗੰਗਾ ਜਿਹੜੀ ਹੈ ਜ਼ਰੂਰ ਸਾਫ਼ ਹੋ ਗਈ ਹੈ ਜਦੋਂ ਇਨਸਾਨ ਘਰੇ ਬਹਿ ਗਿਆ। ਸੋ ਤਾਜ਼ਾ ਜਿਹੜੇ ਦਿਸ਼ਾ ਨਿਰਦੇਸ਼ ਨੇ ਉਹਨਾਂ ਦੇ ਮੁਤਾਬਿਕ ਜਲ ਪ੍ਰਵਾਹ ਕੀਤੀਆਂ ਜਾਣ ਵਾਲੀਆਂ ਮੂਰਤੀਆਂ ਤੇ ਕੁਦਰਤੀ ਰੰਗ ਕੀਤਾ ਹੋਣਾ ਲਾਜ਼ਮੀ ਹੈ। ਕੈਮੀਕਲ ਕਲਰਸ ਜਿਹੜੇ ਨੇ ਉਹ ਨਹੀਂ ਕੀਤੇ ਹੋਣੇ ਚਾਹੀਦੇ। ਸੋ ਇੰਟਰਨੈਸ਼ਨਲ ਖਬਰ ਦੀ ਗੱਲ ਕਰ ਲਈਏ, ਚੀਨ ਤੇ ਭਾਰਤ ਦੀਆਂ ਫੌਜਾਂ ਦੇ ਵਿੱਚ ਤਣਾਅ ਚੱਲ ਰਿਹਾ। ਕਿੰਨੇ ਦਿਨਾਂ ਤੋਂ ਫੌਜੀ ਇੱਕ ਦੂਜੇ ਦੇ ਆਮੋ ਸਾਹਮਣੇ ਆ ਜਾਂਦੇ ਨੇ ਤੇ ਅੱਜ ਚੀਨ ਨੇ ਭਾਰਤ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ, ਕਿਹਾ ਹੈ ਕਿ ਭਾਰਤ ਕੋਈ ਵੀ ਅਜਿਹਾ ਕਦਮ ਨਾ ਚੁੱਕੇ ਜਿਸ ਦੇ ਨਾਲ ਹਾਲਾਤ ਨੇ ਜਿਹੜੇ ਉਹ ਗੁੰਝਲਦਾਰ ਬਣ ਜਾਣ। ਚੀਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਹਨਾਂ ਦੀਆਂ ਫੌਜਾਂ ਆਪਣੇ ਖੇਤਰ ਦੇ ਵਿੱਚ ਨਿਯਮਿਤ ਗਸ਼ਤ ਕਰ ਰਹੀਆਂ ਨੇ। ਭਾਰਤੀ ਖੇਤਰ ਦੇ ਵਿੱਚ, ਭਾਰਤੀ ਹੱਦ ਦੇ ਵਿੱਚ ਜਾਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਹੈਗੀ। ਦੱਸ ਦਈਏ ਕਿ ਲਦਾਖ ਵਿਚਲੇ ਪੈਗੋਂਗ ਝੀਲ ਖੇਤਰ ਦੇ ਵਿੱਚ ਭਾਰਤੀ ਤੇ ਚੀਨੀ ਫੌਜੀਆਂ ਦਰਮਿਆਨ ਤਣਾਅ ਹੈ ਜਿਹੜਾ ਉਹ ਵਧਿਆ ਹੋਇਆ। ਸੋ ਹੁਣ ਭਾਰਤ ਨੂੰ ਚੀਨ ਨੇ ਚੇਤਾਵਨੀ ਜਾਰੀ ਕੀਤੀ ਹੈ। ਜ਼ਾਹਿਰ ਤੌਰ ਤੇ ਸ਼ਾਇਦ ਭਾਰਤ ਵੀ ਕੋਈ ਇਸ ਤਰ੍ਹਾਂ ਦੀ ਚੇਤਾਵਨੀ ਜਿਹੜੀ ਜਾਰੀ ਕਰ ਸਕਦਾ ਹੈ ਜਵਾਬ ਦੇ ਵਿੱਚ। ਸੋ ਹੁਣ ਪੰਜਾਬ ਭਰ ਤੇ ਦੁਨੀਆ ਭਰ ਦੀ ਕਰੋਨਾ ਵਾਇਰਸ ਅਪਡੇਟ ਤੁਹਾਨੂੰ ਦੱਸ ਦਿੰਦੇ ਹਾਂ। ਪੰਜਾਬ ਦੇ ਵਿੱਚ ਪੰਜਾਬ ਸਿਹਤ ਮਹਿਕਮੇ ਦੇ ਮੁਤਾਬਿਕ ਕੱਲ ਰਾਤ ਤੱਕ 1914 ਲੋਕ ਨੇ ਜਿਹੜੇ ਉਹ
कोविड-19 ਦੇ ਮਰੀਜ਼ ਪੰਜਾਬ ਦੇ ਵਿੱਚ ਕੁੱਲ ਹੋ ਚੁੱਕੇ ਨੇ ਤੇ ਹੁਣ ਤੱਕ 32 ਮੌਤਾਂ ਨੇ ਜਿਹੜੀਆਂ ਉਹ ਹੋ ਚੁੱਕੀਆਂ ਨੇ। ਕੱਲ ਤੱਕ 32 ਮੌਤਾਂ ਸੀਗੀਆਂ, ਅੱਜ ਹਾਲੇ ਤੱਕ ਕੋਈ ਮੌਤ ਨਹੀਂ ਹੋਈ। ਰਾਹਤ ਹੈ, 171 ਲੋਕ ਠੀਕ ਹੋ ਚੁੱਕੇ ਸੀ। ਅੰਮ੍ਰਿਤਸਰ ਦੇ ਵਿੱਚ 19 ਲੋਕ ਅੱਜ ਹੋਰ ਠੀਕ ਹੋਏ ਨੇ। ਰਾਹਤ ਦੀ ਗੱਲ ਹੈ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਮੁੜੇ ਜਿਹੜੇ ਸ਼ਰਧਾਲੂ ਨੇ, ਜਿਹੜੀ ਸੰਗਤ ਹੈ, ਉਹਨਾਂ ਦੇ ਵਿੱਚੋਂ ਇਹ ਪੋਜ਼ੀਟਿਵ ਪਾਏ ਗਏ ਸੀ ਪਰ ਹੁਣ ਨੈਗੇਟਿਵ ਪਾਏ ਗਏ ਨੇ ਤੇ ਘਰੇ ਜਾ ਚੁੱਕੇ ਨੇ ਤੇ ਕੁੱਲ 44 ਸ਼ਰਧਾਲੂ ਠੀਕ ਹੋ ਚੁੱਕੇ ਨੇ। ਪੂਰੇ ਭਾਰਤ ਦੇ ਵਿੱਚ 74,281 ਮਰੀਜ਼ ਨੇ, 2415 ਮੌਤਾਂ ਹੋ ਚੁੱਕੀਆਂ ਨੇ। ਠੀਕ ਹੋਣ ਵਾਲੇ 24,386 ਲੋਕ ਨੇ। ਪੂਰੀ ਦੁਨੀਆ ਦੇ ਵਿੱਚ 42,78,180 ਮਰੀਜ਼ਾਂ ਦੀ ਗਿਣਤੀ ਹੋ ਚੁੱਕੀ ਹੈ। 2,92,376 ਮੌਤਾਂ ਹੋ ਚੁੱਕੀਆਂ ਨੇ। 15,02,620 ਲੋਕ ਨੇ ਜਿਹੜੇ ਉਹ ਠੀਕ ਵੀ ਹੋ ਚੁੱਕੇ ਨੇ। ਪੰਜਾਬ ਦੀਆਂ ਖਬਰਾਂ ਤਫਸੀਲ ਦੇ ਵਿੱਚ ਸੁਣਾ ਦਿੰਦੇ ਹਾਂ। ਸਭ ਤੋਂ ਪਹਿਲਾਂ ਗੱਲ ਕਰਾਂਗੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ, ਜਿੱਥੇ 19 ਹੋਰ ਮਰੀਜ਼ ਨੇ ਜਿਹੜੇ ਕੋਵਿਡ-19 ਦੇ ਉਹ ਠੀਕ ਹੋ ਚੁੱਕੇ ਨੇ। ਹਸਪਤਾਲ 'ਚੋਂ ਛੁੱਟੀ ਮਿਲ ਚੁੱਕੀ ਹੈ ਤੇ 19 ਜਣੇ ਉਹੀ ਨੇ ਜਿਹੜੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂ ਸੀਗੇ ਤੇ ਹੁਣ ਤੱਕ ਕੁੱਲ 44 ਸ਼ਰਧਾਲੂ 2 ਦਿਨਾਂ ਦੇ ਵਿੱਚ ਸਿਹਤਯਾਬ ਹੋ ਕੇ ਆਪਣੇ ਘਰਾਂ ਨੂੰ ਪਰਤ ਚੁੱਕੇ ਨੇ। ਪੰਜਾਬ ਸਰਕਾਰ ਨੇ ਦਾਅਵਾ ਕੀਤਾ ਕਿ ਹੁਣ ਤੱਕ ਅਸੀਂ 41,849 ਲੋਕਾਂ ਦੇ ਕਰੋਨਾ ਵਾਇਰਸ ਟੈਸਟ ਕਰ ਚੁੱਕੇ ਹਾਂ। 10 ਲੱਖ ਲੋਕਾਂ ਦੇ ਪਿੱਛੇ 1,392 ਲੋਕਾਂ ਦੇ ਟੈਸਟ ਹੋ ਰਹੇ ਨੇ। ਗਿਣਤੀ ਬਹੁਤ ਹੀ ਘੱਟ ਹੈ। 10 ਲੱਖ ਲੋਕਾਂ ਪਿੱਛੇ ਸਿਰਫ 1,392 ਟੈਸਟ ਹੋ ਚੁੱਕੇ ਨੇ। ਪੰਜਾਬ ਸਰਕਾਰ ਦਾਅਵਾ ਕਰਦੀ ਹੈ ਕਿ ਕੌਮੀ ਪੱਧਰ ਤੇ ਕੀਤੇ ਜਾ ਰਹੇ ਟੈਸਟ ਦੇ ਮੁਕਾਬਲੇ ਪੰਜਾਬ ਬਿਹਤਰ ਟੈਸਟ ਕਰ ਰਿਹਾ ਹੈ। ਦੇਸ਼ ਭਰ ਦੇ ਵਿੱਚ 10 ਲੱਖ ਲੋਕਾਂ ਦੇ ਪਿੱਛੇ 1,243 ਟੈਸਟ ਨੇ ਜਿਹੜੇ ਉਹ ਹੋ ਰਹੇ ਨੇ ਤੇ ਅਸੀਂ 1,392 ਟੈਸਟ ਕਰ ਰਹੇ ਹਾਂ। ਸੋ ਹਾਲਾਤ ਤਾਂ ਦੋਵੇਂ ਜਗ੍ਹਾ ਮਾੜੇ ਨੇ। ਚਾਹੇ ਪੰਜਾਬ ਕਹਿ ਰਿਹਾ ਕਿ ਅਸੀਂ ਪੂਰੇ ਭਾਰਤ ਦੇ ਮੁਕਾਬਲੇ ਅਸੀਂ ਉੱਪਰ ਹਾਂ, ਅੱਗੇ ਹਾਂ, ਪਰ ਗਿਣਤੀ ਤਾਂ ਬਹੁਤ ਥੋੜ੍ਹੀ ਹੈ। ਦੋਨੇ ਜਿਹੜੇ ਥਾਵਾਂ ਤੇ ਕੇਂਦਰੀ ਪੱਧਰ ਦੀ ਗੱਲ ਕਰ ਲਈਏ ਜਾਂ ਫਿਰ ਸੂਬਾ ਪੱਧਰ ਦੀ, ਤੇ ਦੋਵੇਂ ਸਰਕਾਰਾਂ ਨਾਕਾਮ ਨੇ। ਕਿਉਂਕਿ ਕੈਪਟਨ ਸਾਹਿਬ ਨੇ ਉਸ ਦਿਨ ਵੀ ਆਪਣਾ ਲਾਸਟ ਜਿਹੜਾ ਉਹਨਾਂ ਨੇ ਸੰਬੋਧਨ ਕੀਤਾ ਸੀ, ਸਾਰਿਆਂ ਨੂੰ ਮੰਨਿਆ ਸੀ ਕਿ ਸਾਡੇ ਕੋਲ ਪੈਸਾ ਤਾਂ ਵਾਧੂ ਹੈ ਪਰ ਲੈਬੋਰਟਰੀਆਂ ਨੇ ਜਿਹੜੀਆਂ ਉਹ ਸਾਡੇ ਕੋਲੇ ਘੱਟ ਨੇ, ਡਾਕਟਰ ਸਾਡੇ ਕੋਲੇ ਘੱਟ ਨੇ, ਪਰ ਜਿਹੜੇ ਵੀ ਹੈਗੇ ਨੇ ਉਹਨਾਂ ਨੂੰ ਕਿੱਥੇ ਤੁਸੀਂ ਕੁਛ ਦੇ ਰਹੇ ਹੋ। ਅੱਜ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਵੀ ਬੈਠਕ ਕੀਤੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ। ਤਾਂ ਪੰਜਾਬ ਦੇ ਸਿਹਤ ਮੰਤਰੀ ਨੇ ਅੱਜ ਫਿਰ ਕੁਝ ਅਟਪਟੀ ਜਿਹੜੀਆਂ ਜਾਣਕਾਰੀਆਂ ਦਿੱਤੀਆਂ ਨੇ ਕਿ ਪੰਜਾਬ ਦੇ ਵਿੱਚ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਆਏ ਲੋਕਾਂ ਦੇ ਕਾਰਨ ਪੰਜਾਬ 'ਚ ਮਾਮਲੇ ਵਧੇ ਨੇ। ਪਹਿਲਾਂ ਵੀ ਉਹਨਾਂ ਨੇ ਕਿਹਾ ਸੀ ਕਿ ਹਜ਼ੂਰ ਸਾਹਿਬ ਤੋਂ ਆਈ ਸੰਗਤ ਨੇ ਸਾਡੀ ਕੀਤੀ ਕਿਰਾਏ ਤੇ ਪਾਣੀ ਫੇਰ ਦਿੱਤਾ, ਅਸੀਂ ਤਾਂ ਬਿਲਕੁਲ ਸੇਫ ਸੀਗੇ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਵੱਡੇ ਲੋਕ ਜੋ ਜਹਾਜ਼ਾਂ ਦੇ ਵਿੱਚ ਸਫ਼ਰ ਕਰਦੇ ਨੇ ਉਹ ਬਿਮਾਰੀ ਲੈ ਕੇ ਆਏ ਸੀਗੇ ਤੇ ਵੱਡੇ ਲੋਕ ਤਾਂ ਮੰਤਰੀ ਮਿਨਿਸਟਰ ਵੀ ਹੈਗੇ ਨੇ, ਵੱਡੇ ਲੋਕ ਤਾਂ ਇਹ ਵੀ ਹੈਗੇ ਨੇ ਜਿਹੜੇ ਅਹੁਦਿਆਂ ਦੇ ਉੱਤੇ ਆਪ ਬੈਠੇ ਨੇ। ਸੋ ਇਹ ਕਹਿਣਾ ਸ਼ੋਭਾ ਨਹੀਂ ਦਿੰਦਾ ਇੱਕ ਮੰਤਰੀ ਨੂੰ, ਪਰ ਫਿਰ ਵੀ ਉਹਨਾਂ ਨੇ ਇਹ ਜਾਣਕਾਰੀ ਹੈ ਜਿਹੜੀ ਉਹ ਕੇਂਦਰੀ ਸਿਹਤ ਮੰਤਰੀ ਨੂੰ ਦਿੱਤੀ ਹੈ। ਜਿਹੜਾ ਮਹਾਮਾਰੀ ਦਾ ਦੋਸ਼ ਹੈ ਜਿਹੜਾ ਉਹ ਵਿਦੇਸ਼ੀਆਂ ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ, ਹਜ਼ੂਰ ਸਾਹਿਬ ਦੀ ਸੰਗਤ ਤੇ ਸੁੱਟਣ ਦੀ ਕੋਸ਼ਿਸ਼ ਕੀਤੀ ਹੈ, ਇਹ ਬਿਲਕੁਲ ਹਲਕੀਆਂ ਗੱਲਾਂ ਹੁੰਦੀਆਂ ਨੇ। ਕਿਉਂਕਿ ਮਹਾਮਾਰੀ ਫੈਲੀ ਹੈ, ਦੁਨੀਆ ਦੇ ਕੋਨੇ-ਕੋਨੇ 'ਚ ਫੈਲੀ ਹੈ। ਪੰਜਾਬ ਕਿਵੇਂ ਬਚ ਸਕਦਾ ਸੀ? ਕਿਤੇ ਵੀ ਕਾਰਨ ਫੈਲਣੀ ਤਾਂ ਇਹ ਸੀਗੀ ਕਿਉਂਕਿ ਤੁਸੀਂ ਪਹਿਲਾਂ ਹੀ ਸਰਕਾਰਾਂ ਇੰਨੀਆਂ ਸਮਰੱਥ ਤਾਂ ਹੈ ਨਹੀਂ ਗੀਆਂ ਕਿ ਪਹਿਲਾਂ ਹੀ ਤੁਸੀਂ ਬਚਾਅ ਕਰ ਸਕੋ। ਸੋ ਨਾਲ ਹੀ ਉਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਪੰਜਾਬ ਦੇ 22 ਜ਼ਿਲ੍ਹਿਆਂ ਦੇ ਵਿੱਚ ਹੀ ਮਤਲਬ ਸਾਰੇ ਜ਼ਿਲ੍ਹਿਆਂ ਦੇ ਵਿੱਚ ਕੋਵਿਡ-19 ਦੇ ਪੀੜਤ ਨੇ। ਹੁਣ ਤੱਕ 1914 ਜਿਹੜੇ ਮਰੀਜ਼ ਨੇ ਤੇ 32 ਮੌਤਾਂ ਹੋ ਚੁੱਕੀਆਂ ਨੇ। ਇਹ ਜਾਣਕਾਰੀ ਸਿਹਤ ਮੰਤਰੀ ਨੇ ਕੇਂਦਰੀ ਸਿਹਤ ਮੰਤਰੀ ਨੂੰ ਦਿੱਤੀ ਹੈਗੀ ਹੈ। ਹੁਣ ਗੱਲ ਕਰ ਲੈਂਦੇ ਹਾਂ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਜਿਨ੍ਹਾਂ ਦੇ ਵਾਸਤੇ ਸ਼੍ਰਮਿਕ ਰੇਲਾਂ ਸ਼ੁਰੂ ਕੀਤੀਆਂ ਨੇ ਸਰਕਾਰ ਨੇ, ਪਰ ਜਿਨ੍ਹਾਂ ਨੂੰ ਸ਼੍ਰਮਿਕ ਰੇਲਾਂ ਦੇ ਵਿੱਚ ਟਿਕਟਾਂ ਨਹੀਂ ਮਿਲ ਰਹੀਆਂ, ਜਿਨ੍ਹਾਂ ਨੂੰ ਉੱਥੇ ਜਾਣ ਦੇ ਵਾਸਤੇ ਰਜਿਸਟ੍ਰੇਸ਼ਨ ਨਹੀਂ ਹੋ ਰਹੀ, ਉਹ ਫਿਰ ਪੈਦਲ ਚੱਲ ਰਹੇ ਨੇ। ਤੁਸੀਂ ਵੀ ਆਪੋ ਆਪਣੇ ਇਲਾਕਿਆਂ ਦੇ ਵਿੱਚ ਜ਼ਰੂਰ ਦੇਖਿਆ ਹੋਊਗਾ। ਅੱਜ ਮੈਂ ਖੁਦ ਆਪਣੀਆਂ ਅੱਖਾਂ ਦੇ ਨਾਲ ਚੰਡੀਗੜ੍ਹ ਦੇ ਵਿੱਚ ਦੇਖਿਆ ਕਿ ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਨੇ ਜਿਹੜੇ ਉਹ ਤੁਰ ਕੇ ਜਾ ਰਹੇ ਸੀਗੇ। ਉਹਨਾਂ ਨੂੰ ਦੇਖ ਕੇ ਤੁਹਾਡਾ ਵੀ ਮਨ ਖਰਾਬ ਹੋ ਜਾਂਦਾ ਹੈ ਕਿਉਂਕਿ ਜਦੋਂ ਮੈਂ ਦੇਖਿਆ ਕਿ ਇੱਕ ਨੌਜਵਾਨ ਮੁੰਡਾ ਹੈ, ਉਹਦੇ ਸਿਰ ਦੇ ਉੱਤੇ ਗਠੜੀਆਂ ਰੱਖੀਆਂ ਹੋਈਆਂ ਸੀ 2, ਇੱਕ ਬੋਰੀ ਸੀਗੀ ਜਿਹੜੀ ਚਿੱਟੇ ਰੰਗ ਦੀਆਂ ਬੋਰੀਆਂ ਹੁੰਦੀਆਂ ਨੇਗੀਆਂ, ਉਸ ਬੋਰੀ ਦੇ ਵਿੱਚ ਉਹਨੇ ਸਿਲੰਡਰ ਵਾਲਾ ਜਿਹੜਾ ਚੁੱਲ੍ਹਾ ਹੈ ਉਹ ਪਾਇਆ ਹੋਇਆ ਸੀਗਾ। ਕਿੱਥੇ ਤੱਕ ਉਹਨਾਂ ਨੇ ਜਾਣਾ ਸੀ? ਬਿਹਾਰ ਜਾਣਾ ਸੀਗਾ। ਮੈਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਦੇਖੋ ਬਿਹਾਰ ਤੱਕ ਉਹ ਤੁਰ ਕੇ ਸਿਰ ਦੇ ਉੱਤੇ ਚੱਕ ਕੇ ਸਮਾਨ ਜਾਣਗੇ ਤੇ ਤੁਸੀਂ ਸੋਚ ਸਕਦੇ ਹੋ ਕਿ ਹਾਲਤ ਕੀ ਹੋਏਗੀ ਉਹਨਾਂ ਦੀ ਆਰਥਿਕ, ਕਿ ਚੁੱਲ੍ਹਾ ਉਹ ਚੰਡੀਗੜ੍ਹ ਤੋਂ ਚੱਕ ਕੇ ਲਿਜਾ ਰਹੇ ਨੇ ਬਿਹਾਰ ਤੱਕ। ਸੋ ਉਹਨਾਂ ਦੇ ਬੱਚੇ ਸੀ ਜਿਹੜੇ ਕੱਪੜੇ ਉਹਨਾਂ ਨੇ ਬਹੁਤ ਸੋਹਣੇ ਸੋਹਣੇ ਪਾਏ ਹੋਏ ਸੀਗੇ। ਮਤਲਬ ਇਹ ਨਹੀਂ ਕਿ ਲਾਚਾਰੀ ਦੇ ਵਿੱਚ ਲਾਚਾਰ ਸੀਗੇ ਉਹ। ਠੀਕ ਹੈ ਕਿ ਅਸੀਂ ਆਪਣੇ ਸੂਬੇ ਦੇ ਵਿੱਚ ਤਾਂ ਜਾ ਰਹੇ ਹਾਂ, ਬੱਚਿਆਂ ਦੇ ਕੋਲ ਇੰਨੇ ਵੱਡੇ ਵੱਡੇ ਬੈਗ ਨੇ ਜਿਹੜੇ ਉਹ ਚੱਕੇ ਹੋਏ ਸੀਗੇ, ਪਿੱਠੂ ਬੈਗ ਜਿਹੜੇ ਹੁੰਦੇ ਨੇ,
ਤੇ ਦਿਲ ਕਰਦਾ ਸੀ ਕਿ ਉਹਨਾਂ ਨੂੰ ਪਾਣੀ ਦੀ ਸੇਵਾ ਜਿਹੜੀ ਜ਼ਰੂਰ ਕੀਤੀ ਜਾਵੇ, ਪਰ ਉੱਥੇ ਚੰਡੀਗੜ੍ਹ ਦੇ ਵਿੱਚ ਕੋਈ ਵੀ ਦੁਕਾਨ ਸਵੇਰ ਵੇਲੇ ਨਹੀਂ ਖੁੱਲ੍ਹਦੀ ਹੈਗੀ, ਇਸ ਕਰਕੇ ਅਸੀਂ ਕੁਛ ਨਹੀਂ ਕਰ ਪਾਏ। ਪਰ ਉਹਨਾਂ ਵੱਲ ਸਰਕਾਰਾਂ ਦਾ ਬਿਲਕੁਲ ਧਿਆਨ ਨਹੀਂ ਹੈ। ਜੇ ਸ਼੍ਰਮਿਕ ਰੇਲਾਂ ਚੱਲੀਆਂ ਨੇ ਤਾਂ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਕੋਈ ਵੀ ਪ੍ਰਵਾਸੀ ਮਜ਼ਦੂਰ ਉਹ ਤੁਰ ਕੇ ਨਾ ਜਾਵੇ, ਹਰ ਮਜ਼ਦੂਰ ਨੂੰ ਟ੍ਰੇਨ ਹੈ ਜਿਹੜੀ ਉਹਦਾ ਸਫ਼ਰ ਜ਼ਰੂਰ ਮਿਲੇ। ਸੋ ਇਹ ਜਿਹੜੀ ਮੁਲਕ ਦੀ ਹਾਲਤ ਹੈਗੀ ਹੈ, ਜਿਵੇਂ ਵਿੱਤ ਮੰਤਰੀ ਜਿਹੜੇ ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਨੇ ਕਿਹਾ, ਹਾਲਾਂਕਿ ਇਹ ਵੀ ਸਾਰੇ ਆਪਣੀਆਂ ਸਰਕਾਰਾਂ ਦੇ ਵੇਲੇ ਵੀ ਮੰਤਰੀ ਇੱਕੋ ਜਿਹਾ ਹੀ ਰੋਲ ਇਹਨਾਂ ਦਾ ਇੱਕੋ ਜਿਹਾ ਹੀ ਹੁੰਦਾ, ਚਾਹੇ ਬੀਜੇਪੀ ਆ ਜਾਏ ਚਾਹੇ ਕਾਂਗਰਸ ਆ ਜਾਏ, ਪਰ ਜਦੋਂ ਵਿਰੋਧੀ ਧਿਰਾਂ ਦੇ ਵਿੱਚ ਹੁੰਦੇ ਨੇ ਉਦੋਂ ਚੰਗੀਆਂ ਚੰਗੀਆਂ ਗੱਲਾਂ ਜ਼ਰੂਰ ਕਰਦੇ ਨੇ। ਕਹਿੰਦੇ ਨੇ ਕਿ ਦੇਖਣਾ ਹੋਊਗਾ ਕਿ 20 ਲੱਖ ਕਰੋੜ ਦੇ ਵਿੱਚੋਂ ਜਿਹੜੇ ਪੈਦਲ ਜਾ ਰਹੇ ਮਜ਼ਦੂਰ ਨੇ, ਰਾਹ ਦੇ ਵਿੱਚ ਮਰ ਰਹੇ ਨੇ, ਉਹਨਾਂ ਦੇ ਲਈ ਕੀ ਦੇ ਰਹੀ ਹੈ ਸਰਕਾਰ। ਹੁਣ ਤੱਕ 380 ਮਜ਼ਦੂਰ ਮੌਤ ਹੋ ਚੁੱਕੀ ਆ ਉਹਨਾਂ ਦੀ, ਜਿਹੜੇ ਤੁਰ ਕੇ ਜਾ ਰਹੇ ਸੀਗੇ। 16 ਮਜ਼ਦੂਰ ਤਾਂ ਟ੍ਰੇਨ ਨਹੀਂ ਦਰੜ ਤੇ ਸੀ, ਉਹਨਾਂ ਨੂੰ 2-2 ਲੱਖ ਰੁਪਇਆ ਜਿਹੜਾ ਪ੍ਰਧਾਨ ਮੰਤਰੀ ਨੇ ਅਨਾਊਂਸ ਕੀਤਾ। ਸੋ ਬਠਿੰਡੇ ਦੀ ਖਬਰ ਹੈ, ਬਠਿੰਡਾ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਘਰ ਪਰਤਣ ਲਈ ਇੱਕ ਦਿਨ ਪਹਿਲਾਂ ਹੀ ਰੇਲਵੇ ਸਟੇਸ਼ਨ ਤੇ ਡੇਰਾ ਲਾ ਲਿਆ, ਕਿਉਂਕਿ ਕਾਲੇ ਪੈ ਰਹੇ ਨੇ। ਇਹ ਵੀ ਡਰ ਹੈ ਕਿ ਕਿਤੇ ਟ੍ਰੇਨ ਉਹਨਾਂ ਨੂੰ ਛੱਡ ਕੇ ਨਾ ਜਾ ਰਹੇ, ਸੋ ਉੱਥੇ ਰੇਲਵੇ ਸਟੇਸ਼ਨ ਤੇ ਉਹ ਆ ਕੇ ਬਹਿ ਗਏ ਨੇ। ਜਲੰਧਰ ਤੋਂ ਖਬਰ ਹੈ, ਜਿੱਥੇ ਲੋਕਡਾਊਨ ਦੌਰਾਨ ਘਰ ਦੇ ਵਿੱਚ ਜੂਆ ਖੇਡ ਰਹੀਆਂ 6 ਔਰਤਾਂ ਨੂੰ ਪੁਲਿਸ ਨੇ ਕਾਬੂ ਕਰ ਲਿਆ। ਇਹਨਾਂ ਦੇ ਕੋਲੋਂ 13,750 ਰੁਪਏ ਦੀ ਤਾਸ਼ ਵੀ ਬਰਾਮਦ ਕੀਤੀ ਹੈ। ਪੁਲਿਸ ਨੂੰ ਭਿਣਕ ਮਿਲੀ ਸੀ, ਪੁਲਿਸ ਨੇ ਛਾਪਾ ਮਾਰਿਆ ਜਲੰਧਰ ਪੁਲਿਸ ਨੇ, ਤੇ ਉਸ ਤੋਂ ਬਾਅਦ ਛਾਪੇ ਦੌਰਾਨ ਇਹ ਫੜੀਆਂ ਗਈਆਂ ਖੇਡ ਰਹੀਆਂ ਸੀ ਤਾਸ਼। ਸਿਹਤ ਕਰਮੀਆਂ ਦੀ ਜ਼ਰੂਰ ਗੱਲ ਕਰ ਲਈਏ। ਪਟਿਆਲਾ ਦੇ ਵਿੱਚ ਨਰਸਿੰਗ ਡੇ ਤੇ ਵੀ ਮੰਗਾਂ ਨਾ ਮੰਨਣ ਤੋਂ ਨਾਰਾਜ਼ ਨਰਸਿੰਗ ਸਟਾਫ ਨੇ ਸੂਬੇ ਦੇ 3 ਹਸਪਤਾਲਾਂ ਦੇ ਵਿੱਚੋਂ ਇੱਕ ਵੱਡਾ ਹਸਪਤਾਲ ਰਜਿੰਦਰਾ ਹਸਪਤਾਲ ਪਟਿਆਲਾ, ਉਹਦੇ ਵਿੱਚ ਰੋਸ ਰੈਲੀ ਕੀਤੀ, ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਜਾਣ, ਇਸ ਦੇ ਲਈ ਉਹਨਾਂ ਨੇ ਰੋਸ ਰੈਲੀ ਕੀਤੀ ਹੈ ਕਿ ਸਾਨੂੰ ਕਮ ਸੇ ਕਮ ਜੋ ਚੀਜ਼ਾਂ ਲੋੜੀਂਦੀਆਂ ਨੇ ਉਹ ਦਿੱਤੀਆਂ ਜਾਣ, ਤਨਖਾਹਾਂ ਪੂਰੀਆਂ ਦਿੱਤੀਆਂ ਜਾਣ, ਪੱਕੇ ਕੀਤਾ ਜਾਵੇ। ਲੁਧਿਆਣਾ ਦੇ ਵਿੱਚ ਵੀ ਮੋਹਨ ਦੇਈ ਓਸਵਾਲ ਕੈਂਸਰ ਹਸਪਤਾਲ ਦੇ ਵਿੱਚ ਨਰਸਿੰਗ ਸਟਾਫ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ, ਘੱਟ ਤਨਖਾਹ ਦੇਣ ਦੇ ਦੋਸ਼ ਲਾਏ ਨੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਬਕਾਰੀ ਨੀਤੀ 2020-21 ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਹੜਾ ਇਸ ਵੇਲੇ ਸਰਕਾਰ ਦਾ ਸਭ ਤੋਂ ਪ੍ਰਾਇਓਰਿਟੀ ਵਾਲਾ ਕੰਮ ਬਣਿਆ ਹੋਇਆ ਹੈ ਕਿ ਸ਼ਰਾਬ ਹੈ ਜਿਹੜੀ ਸੂਬੇ 'ਚ ਉਹ ਜ਼ਰੂਰ ਵੇਚਣੀ ਹੈ, ਹੋਰ ਕੁਝ ਹੋਵੇ ਨਾ ਹੋਵੇ। ਲੋਕਾਂ ਦੇ ਢਿੱਡ ਵਿੱਚ ਅਨਾਜ ਸਾਰਿਆਂ ਦੇ ਵਿੱਚ ਪਏ ਨਾ ਪਏ, ਇਹ ਨਹੀਂ ਅੱਜ ਤੱਕ ਆਪਾਂ ਦੇਖਿਆ ਪਿਛਲੇ 2 ਮਹੀਨਿਆਂ ਦੇ ਵਿੱਚ ਕਿ ਸਰਕਾਰ ਦੇ ਮੰਤਰੀਆਂ ਨੇ, ਅਫਸਰਾਂ ਨੇ ਇਸ ਗੱਲ ਪਿੱਛੇ ਲੜਾਈ ਕੀਤੀ ਹੋਵੇ ਕਿ ਸੂਬੇ ਦੇ ਵਿੱਚ ਹਰ ਲੋੜਵੰਦ ਵਿਅਕਤੀ ਨੂੰ ਅਨਾਜ ਪਹੁੰਚਾਉਣਾ ਹੈ, ਉਹਦੇ ਤੱਕ ਉਹਦਾ ਢਿੱਡ ਹੈ ਜਿਹੜਾ ਜ਼ਰੂਰ ਭਰਨਾ ਹੈ, 2 ਵਕਤ ਦੀ ਰੋਟੀ ਉਹਨੂੰ ਮਿਲੇ, ਅਸੀਂ ਜ਼ਰੂਰ ਯਕੀਨੀ ਬਣਾਉਣਾ ਹੈ। ਇਸ 'ਤੇ ਕੋਈ ਬਹਿਸ ਨਹੀਂ ਹੋਈ ਸਰਕਾਰ ਦੀ, ਪਰ ਆਬਕਾਰੀ ਨੀਤੀ ਦੇ ਮੁੱਦੇ 'ਤੇ ਜ਼ਰੂਰ ਬਹਿਸ ਹੋਈ ਹੈ, ਕਿਉਂਕਿ ਸ਼ਰਾਬ ਵੇਚਾਂਗੇ ਤਾਂ ਹੀ ਜਿਹੜਾ ਹੈ ਸਰਕਾਰ ਨੂੰ ਮਾਲੀਆ ਆਵੇਗਾ। ਕਿਉਂਕਿ ਇਹ ਗੱਲ ਤਾਂ ਸਿੱਧ ਹੋ ਚੁੱਕੀ ਹੈ ਕਿ ਪੰਜਾਬ ਸਰਕਾਰ ਹੈ ਜਿਹੜੀ ਉਹ ਸ਼ਰਾਬ ਦੇ ਠੇਕੇਦਾਰਾਂ ਦੇ ਸਿਰ 'ਤੇ ਚੱਲਦੀ ਹੈ। ਇਹੋ ਜਿਹੀਆਂ ਨੀਤੀਆਂ ਨੇ ਸਾਡੀਆਂ ਸਰਕਾਰਾਂ ਦੀਆਂ। ਸੋ ਨਵੀਂ ਨੀਤੀ ਦੇ ਵਿੱਚ ਕੈਪਟਨ ਸਾਹਿਬ ਨੇ ਜਿਹੜੇ ਨਵੀਂ ਨੀਤੀ ਦੇ ਵਿੱਚ ਆਦੇਸ਼ ਦਿੱਤੇ ਨੇ, ਸ਼ਰਾਬ ਦੇ ਠੇਕੇਦਾਰਾਂ ਨੂੰ 1 ਅਪ੍ਰੈਲ ਤੋਂ 6 ਮਈ ਤੱਕ ਦੇ 36 ਦਿਨਾਂ ਤੋਂ ਇਲਾਵਾ ਮਾਰਚ ਮਹੀਨੇ ਦੇ ਲੋਕਡਾਊਨ ਵਾਲੇ 9 ਦਿਨਾਂ ਦੀ ਆਬਕਾਰੀ ਫੀਸ ਤੋਂ ਛੋਟ ਦਿੱਤੀ ਗਈ ਹੈ। ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਆਪਣੇ ਪੁੱਤਰ ਦੀ ਹਿੱਸੇਦਾਰੀ ਦੀ ਮੁੱਦੇ ਤੇ ਟਕਰਾਅ ਤੋਂ ਬਾਅਦ ਆਬਕਾਰੀ ਤੇ ਟੈਕਸ ਵਿਭਾਗ ਦੇ ਚਾਰਜ ਤੋਂ ਮੁਕਤ ਕਰ ਦਿੱਤਾ ਗਿਆ। ਹੋਮ ਡਿਲੀਵਰੀ ਦੀ ਜਿਹੜੀ ਚੋਇਸ ਹੈ ਉਹ ਠੇਕੇਦਾਰਾਂ ਤੇ ਛੱਡ ਦਿੱਤੀ ਗਈ ਹੈ, ਤੇ ਸ਼ਰਾਬ ਦੇ ਠੇਕੇਦਾਰ ਸਰਕਾਰ ਕਹਿੰਦੀ ਹੈ ਕਿ ਅੱਜ ਤੋਂ ਹੀ ਉਹ ਠੇਕੇ ਖੋਲ੍ਹਣ ਦੇ ਲਈ ਤਿਆਰ ਹੋ ਗਏ ਨੇ ਆਬਕਾਰੀ ਨੀਤੀ ਨੂੰ ਮਨਜ਼ੂਰੀ ਮਿਲਦਿਆਂ। ਪਰ ਠੇਕੇ ਤਾਂ ਬੰਦ ਹੀ ਨਹੀਂ ਹੋਏ, ਠੇਕੇ ਤਾਂ ਚੱਲਦੇ ਹੀ ਰਹੇ ਨੇ। ਠੇਕਿਆਂ ਦੇ ਵਿੱਚ ਤਾਂ ਸ਼ਰਾਬ ਵਿਕਦੀ ਰਹੀ ਹੈ, ਚਾਹੇ ਕਰਫਿਊ ਸੀ, ਲੋਕਡਾਊਨ ਸੀ। ਸ਼ਰਾਬ ਦੇ ਪਿਆਕੜ ਨੇ ਜਿਹੜੇ, ਉਹਨਾਂ ਨੇ ਸ਼ਰਾਬ ਪੀਤੀ ਜ਼ਰੂਰ ਹੈ, ਚਾਹੇ ਕਰਫਿਊ ਹੋਵੇ, ਕੁਛ ਮਰਜ਼ੀ ਹੋਵੇ। ਚੋਰ ਮੋਰੀਆਂ ਦੇ ਵਿੱਚੋਂ ਠੇਕੇਦਾਰ ਵੀ ਠੇਕੇ ਖੋਲ੍ਹਦੇ ਰਹੇ ਨੇ। ਸਰਕਾਰਾਂ ਨੂੰ ਵੀ ਇਸ ਗੱਲ ਦਾ ਪਤਾ ਹੈ, ਔਰ ਇਹ ਵੀ ਚਰਚਾਵਾਂ ਹੁੰਦੀਆਂ ਨੇ ਕਿ ਸਰਕਾਰ ਦੇ ਵੀ ਬਥੇਰੇ ਮੰਤਰੀ ਜਾਂ ਵਿਧਾਇਕ ਨੇ ਜਿਹੜੇ ਖੁਦ ਵੀ ਇਸ ਚੀਜ਼ ਦੇ ਆਦੀ ਹੈਗੇ ਨੇ, ਤੇ ਉਹਨਾਂ ਕੋਲ ਵੀ ਕਿੱਥੋਂ ਪਹੁੰਚਦੀ ਹੋਏਗੀ। ਸੋ ਸਭ ਮਿਲੀ ਭੁਗਤ ਹੁੰਦੀ ਹੈ। ਇਹ ਵੀ ਸਾਫ਼ ਹੋ ਚੁੱਕਿਆ ਹੈ ਕਿ ਜਿਹੜਾ ਸਭ ਤੋਂ ਵੱਧ ਸ਼ਰਾਬ ਦੇ ਠੇਕਿਆਂ ਦੀ ਮਲਕੀਅਤ ਹੈਗੀ ਹੈ ਜਿਹੜੀ, ਉਹ ਸਿੱਧੇ ਜਾਂ ਅਸਿੱਧੇ ਤੌਰ 'ਤੇ ਪੰਜਾਬ ਦੇ ਸਿਆਸੀ ਲੀਡਰਾਂ ਦੇ ਕੋਲ ਹੈਗੀ, ਚਾਹੇ ਉਹ ਕਿਸੇ ਵੀ ਪਾਰਟੀ ਦੇ ਹੋਣ, ਕਾਂਗਰਸ ਦੇ, ਅਕਾਲੀ ਦਲ ਦੇ, ਬੀਜੇਪੀ ਦੇ ਜਾਂ ਫਿਰ ਆਮ ਆਦਮੀ ਪਾਰਟੀ ਦੀ। ਸੋ ਇੱਕ ਹੋਰ ਜ਼ਰੂਰੀ ਜਾਣਕਾਰੀ ਹੈ, ਪੰਜਾਬ ਸਰਕਾਰ ਨੇ ਹਲਵਾਈਆਂ ਦੀਆਂ ਦੁਕਾਨਾਂ ਦੇ ਵਿੱਚ ਜਿਹੜੀਆਂ ਪਿਛਲੇ 50 ਦਿਨਾਂ ਤੋਂ ਬੰਦ ਰਹੀਆਂ ਨੇ, ਉਹਨਾਂ ਵਿੱਚੋਂ ਜਿਹੜੀ ਮਠਿਆਈ ਪਈ ਸੀ ਸਾਰੀ ਸੁੱਟਣ ਦੇ ਆਦੇਸ਼ ਦੇ ਦਿੱਤੇ ਨੇ ਕਿ ਪੁਰਾਣੀ ਜਿੰਨੀ ਮਠਿਆਈ ਪਈ ਹੈ, ਪੁਰਾਣੇ ਖਾਦ ਪਦਾਰਥ ਨੇ, ਉਹ ਖਤਮ ਕਰ ਦਿੱਤੇ ਜਾਣ, ਉਹਨਾਂ ਨੂੰ ਬਿਲਕੁਲ ਨਾ ਵਰਤਿਆ ਜਾਵੇ।
ਪੈਕ ਕੀਤੇ ਖਾਣ ਪੀਣ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਐਕਸਪਾਇਰੀ ਡੇਟ ਖਤਮ ਹੋ ਚੁੱਕੀ ਹੈ ਉਹਨਾਂ ਨੂੰ ਵੀ ਨਸ਼ਟ ਕਰ ਦਿੱਤਾ ਜਾਵੇ। ਸੋ ਇਹ ਬਹੁਤ ਜ਼ਰੂਰੀ ਹੈ। ਜਿੰਨੇ ਜਣੇ ਵੀ ਖਬਰਾਂ ਸੁਣ ਰਹੇ ਹੋ ਪੰਜਾਬ ਦੇ ਵਾਸੀ, ਕਿ ਕਿਤੇ ਹਲਵਾਈ ਨੇ ਜਿਹੜੇ ਉਹ ਪੁਰਾਣੀਆਂ ਮਠਿਆਈਆਂ ਤਾਂ ਨਹੀਂ ਵੇਚ ਰਹੇ। ਜੇ ਵੇਚ ਰਹੇ ਨੇ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ ਕਿ ਪੰਜਾਬ ਸਰਕਾਰ ਨੇ ਆਦੇਸ਼ ਕੀਤਾ ਹੈ, ਤੁਹਾਡਾ ਰਾਈਟ ਹੈ, ਕਿਉਂਕਿ ਮਠਾਈਆਂ ਤੁਸੀਂ ਖਰੀਦਣੀਆਂ ਨੇ। ਅਤੇ ਹਾਲੇ ਮਤਲਬ ਰਾਹਤ ਤਾਂ ਇਹ ਹੀ ਹੈਗੀ ਹੈ, ਸੁਰੱਖਿਆ ਤਾਂ ਇਸੇ ਗੱਲ ਦੇ ਵਿੱਚ ਹੈ ਕਿ ਤੁਸੀਂ ਆਪਣੇ ਘਰ ਦੇ ਵਿੱਚ ਹੀ ਜਿਹੜਾ ਹੈ ਘਰੇਲੂ ਖਾਣਾ ਹੈ ਉਹੀ ਤੁਸੀਂ ਖੁਦ ਬਣਾ ਕੇ ਖਾਓ। ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪੰਜਾਬ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਲਈ ਇੱਕ ਅਹਿਮ ਐਲਾਨ ਜਾਰੀ ਕੀਤਾ ਹੈ। ਜਿਹੜੇ ਸਕੱਤਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕ੍ਰਿਸ਼ਨ ਕੁਮਾਰ, ਉਹਨਾਂ ਨੇ ਸਾਰੇ ਜ਼ਿਲ੍ਹਿਆਂ ਦੇ DCs ਨੂੰ ਚਿੱਠੀਆਂ ਕੱਢੀਆਂ ਨੇ ਕਿ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੱਕ ਜਿਹੜੀਆਂ ਕਿਤਾਬਾਂ ਨੇ ਉਹ ਘਰੋਂ ਘਰੀ ਪਹੁੰਚਾਈਆਂ ਜਾਣ। ਉਹਦੇ ਲਈ DEOs ਨੂੰ ਆਰਡਰ ਨੇ ਜਿਹੜੇ ਉਹ ਦਿੱਤੇ ਜਾਣ। ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦਾ ਕਾਤਲ 7 ਸਾਲ ਬਾਅਦ ਕਾਬੂ ਆ ਗਿਆ। ਪੰਜਾਬ ਦੇ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਕਿਸ਼ਨੇਵਾਲੀ ਦੇ ਰਹਿਣ ਵਾਲੇ ਮਨਪ੍ਰੀਤ ਘੁੰਮਣ ਸਿੰਘ, ਜੋ ਕੈਲੀਫੋਰਨੀਆ ਦੇ ਗੈਸ ਸਟੇਸ਼ਨ 'ਤੇ ਕੰਮ ਕਰਦਾ ਸੀ, ਉਹਨੂੰ ਇੱਕ ਹਮਲਾਵਰ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਤੇ 7 ਸਾਲ ਬਾਅਦ FBI ਤੇ ਲਾਸ ਵੇਗਾਸ ਮੈਟਰੋਪੋਲੀਟਨ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ, ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਇਹ 34 ਸਾਲਾ ਸੀਨ ਡੋਨੋਹੋ ਹੈ ਜਿਹੜਾ ਲਾਸ ਵੇਗਾਸ ਦੇ ਵਿੱਚ ਰਹਿੰਦਾ ਸੀ। ਸੋ ਇਹਨੇ ਗੋਲੀਆਂ ਕਿਉਂ ਮਾਰੀਆਂ ਸੀ, ਇਸ ਬਾਰੇ ਹਾਲੇ ਪੁਲਿਸ ਨੇ ਕੋਈ ਜਾਣਕਾਰੀ ਨਹੀਂ ਜਾਰੀ ਕੀਤੀ। ਪੂਰੇ ਭਾਰਤ ਦੀਆਂ ਖਬਰਾਂ ਦੇ ਵਿੱਚੋਂ ਅਹਿਮ ਖਬਰ ਅਸੀਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕੇ ਹਾਂ ਸ਼ੁਰੂਆਤ ਦੇ ਵਿੱਚ, ਜੋ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਜੋ ਐਲਾਨ ਅੱਜ ਕੀਤੇ ਹੈਗੇ ਨੇ 20 ਲੱਖ ਕਰੋੜ ਰੁਪਏ ਨੂੰ ਲੈ ਕੇ ਕਿਹਨੂੰ ਕਿੰਨੇ ਮਿਲਣਗੇ। ਸੋ ਇੱਕ ਹੋਰ ਨਵਾਂ ਐਲਾਨ ਹੋਇਆ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੋ ਕੀਤਾ ਹੈ ਕਿ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਅਤੇ BSF ਵਰਗੇ ਨੀਮ ਫੌਜੀ ਦਸਤਿਆਂ ਦੀਆਂ ਸਾਰੀਆਂ ਕੰਟੀਨਾਂ ਦੇ ਵਿੱਚ 1 ਜੂਨ ਤੋਂ ਸਿਰਫ ਤੇ ਸਿਰਫ ਘਰੇਲੂ ਉਤਪਾਦ ਹੀ ਵਿਕਣਗੇ, ਯਾਨੀ ਕਿ ਜਿਹੜੇ ਭਾਰਤ ਦੇ ਵਿੱਚ ਬਣਾਏ ਹੋਏ ਨੇ ਉਹ ਵਿਕਣਗੇ। ਕੋਈ ਵੀ ਬ੍ਰਾਂਡਡ ਚੀਜ਼ਾਂ ਨੇ ਜਿਹੜੀਆਂ ਉਹ ਨਹੀਂ ਵਿਕਣਗੀਆਂ। ਅਮਿਤ ਸ਼ਾਹ ਨੇ ਕਿਹਾ ਕਿ 1 ਜੂਨ 2020 ਤੋਂ CAPF ਦੀਆਂ ਕੰਟੀਨਾਂ ਵਿੱਚ ਸਿਰਫ ਸਵਦੇਸ਼ੀ ਸਮਾਨ ਵੇਚਿਆ ਜਾਵੇਗਾ। ਅੱਜ ਗ੍ਰਹਿ ਮੰਤਰਾਲੇ ਨੇ ਇਹ ਫੈਸਲਾ ਲਿਆ ਹੈ। ਤੁਹਾਨੂੰ ਪਤਾ ਹੋਣਾ ਜਿਹੜੇ ਕਿ ਫੌਜੀਆਂ ਦੇ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਲਈ ਖਾਸ ਕੰਟੀਨਾਂ ਨੇ ਜਿਹੜੀਆਂ ਉਹ ਬਣੀਆਂ ਹੁੰਦੀਆਂ ਨੇ ਜਿੱਥੋਂ ਉਹਨਾਂ ਨੂੰ ਰਿਆਇਤ ਤੇ ਸਮਾਨ ਹੈ ਜਿਹੜਾ ਉਹ ਮਿਲਦਾ। ਸੋ ਉੱਥੇ ਹੁਣ ਸਿਰਫ ਤੇ ਸਿਰਫ ਭਾਰਤ ਦਾ ਬਣਿਆ ਸਮਾਨ ਹੈ ਜਿਹੜਾ ਉਹ ਮਿਲੇਗਾ। ਸੁਪਰੀਮ ਕੋਰਟ ਨੇ 1984 ਦੇ ਸਿੱਖ ਨਸਲਕੁਸ਼ੀ ਦੇ ਇੱਕ ਕੇਸ ਦੇ ਵਿੱਚ ਉਮਰ ਕੈਦ ਕੱਟ ਰਹੇ ਸਾਬਕਾ ਕਾਂਗਰਸੀ ਲੀਡਰ ਸੱਜਣ ਕੁਮਾਰ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਦੋਸ਼ੀ ਸੱਜਣ ਕੁਮਾਰ ਨੇ ਅਸਲ ਦੇ ਵਿੱਚ ਆਪਣੀ ਸਿਹਤ ਦਾ ਹਵਾਲਾ ਦੇ ਕੇ ਅਪੀਲ ਪਾਈ ਸੀ ਕਿ ਮੈਨੂੰ ਜਿਹੜਾ ਹੈ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਜ਼ਰੂਰਤ ਹੈ, ਮੇਰੀ ਸਿਹਤ ਠੀਕ ਨਹੀਂ ਹੈ, ਇਸ ਕਰਕੇ ਮੈਨੂੰ ਇੰਟਰਮ ਬੇਲ ਦਿੱਤੀ ਜਾਵੇ। ਚੀਫ ਜਸਟਿਸ SA ਬੋਬੜੇ, ਜਸਟਿਸ ਇੰਦੂ ਮਲਹੋਤਰਾ ਤੇ ਜਸਟਿਸ ਰਿਸ਼ੀ ਕੇਸ਼ ਰਾਏ ਨੇ ਜਦੋਂ ਡਾਕਟਰੀ ਰਿਪੋਰਟ ਦੇਖੀ ਤਾਂ ਉਹਨਾਂ ਨੇ ਅਪੀਲ ਖਾਰਜ ਕਰ ਦਿੱਤੀ ਦੋਸ਼ੀ ਦੀ ਕਿ ਇਹ ਨਹੀਂ ਮਿਲ ਸਕਦੀ, ਇੰਟਰਮ ਜ਼ਮਾਨਤ ਨਹੀਂ ਮਿਲ ਸਕਦੀ, ਕਿਉਂਕਿ ਐਸੀ ਕੁਝ ਖਾਸ ਰਿਪੋਰਟ ਦੇ ਵਿੱਚ ਬਿਮਾਰੀ ਨਹੀਂ ਸੀ ਜਿਹਦੇ ਕਰਕੇ ਸੱਜਣ ਕੁਮਾਰ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕੱਢਿਆ ਜਾਵੇ ਜ਼ਮਾਨਤ ਤੇ। ਵੀਡੀਓ ਕਾਨਫਰੰਸਿੰਗ ਰਾਹੀਂ ਕਾਰਵਾਈ ਹੋਈ ਸੀ ਤੇ ਹੁਣ ਜੁਲਾਈ ਦੇ ਵਿੱਚ ਜ਼ਮਾਨਤ ਅਰਜ਼ੀ ਤੇ ਦੁਬਾਰਾ ਸੁਣਵਾਈ ਹੈ ਜਿਹੜੀ ਉਹ ਹੋਏਗੀ। ਜੰਮੂ ਕਸ਼ਮੀਰ ਤੋਂ ਖਬਰ ਹੈ ਜਿੱਥੇ ਬਡਗਾਮ ਜ਼ਿਲ੍ਹੇ ਦੇ ਵਿੱਚ CRPF ਦੇ ਜਵਾਨਾਂ ਨੇ ਨਾਕੇ ਤੇ ਨਾ ਰੁਕਣ ਕਾਰਨ ਗੋਲੀ ਚਲਾ ਦਿੱਤੀ ਤੇ ਇੱਕ ਨੌਜਵਾਨ ਦੀ ਕਸ਼ਮੀਰੀ ਨੌਜਵਾਨ ਦੀ ਮੌਤ ਹੋ ਗਈ ਹੈ। ਮਰਨ ਵਾਲੇ ਨੌਜਵਾਨ ਦੀ ਪਛਾਣ ਮਹਿਰਾਜੂਦੀਨ ਵਜੋਂ ਹੋਈ ਹੈ, ਜਿਹੜਾ CRPF ਦੇ ਜਵਾਨਾਂ ਦੀਆਂ ਗੋਲੀਆਂ ਦੇ ਨਾਲ ਜ਼ਖਮੀ ਹੋ ਗਿਆ ਸੀ। ਨਾਲ ਹੀ ਉਹਨਾਂ ਨੂੰ ਤੁਰੰਤ SMHS ਹਸਪਤਾਲ ਦੇ ਵਿੱਚ ਲਿਜਾਇਆ ਗਿਆ ਜਿੱਥੇ ਉਸ ਨੌਜਵਾਨ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਪੱਥਰਬਾਜ਼ੀ ਵੀ ਹੋਈ ਸੀ ਤੇ ਇਹ CRPF ਪਹਿਲਾਂ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਨੇ ਕਿ ਕਸ਼ਮੀਰ ਦੇ ਵਿੱਚ ਫੌਜ ਹੈ ਜਿਹੜੀ ਉਹ ਜ਼ੁਲਮ ਕਰਦੀ ਹੈ ਕਸ਼ਮੀਰੀਆਂ ਦੇ ਉੱਤੇ। ਬਾਹਰ ਨਿਕਲਦੇ ਨੇ ਕਿਉਂਕਿ ਜਦੋਂ ਤੋਂ ਉੱਥੇ ਆਰਟੀਕਲ 370 ਰੱਦ ਕੀਤਾ ਗਿਆ ਹੈ ਉਸ ਤੋਂ ਬਾਅਦ ਕਸ਼ਮੀਰ ਦੇ ਵਿੱਚ ਲਗਾਤਾਰ ਕਰਫਿਊ ਲੱਗਿਆ ਹੋਇਆ ਹੈ ਤੇ ਹੁਣ ਤਾਂ ਲੋਕਡਾਊਨ ਕਰਕੇ ਕਰਫਿਊ ਉਹਨਾਂ ਦਾ ਹੋਰ ਵੀ ਵੱਧ ਗਿਆ ਹੈਗਾ ਉੱਥੋਂ ਦੇ ਲੋਕਾਂ ਦਾ। ਸੋ ਜਦੋਂ ਮਾੜਾ ਮੋਟਾ ਲੋਕ ਉੱਥੇ ਬਾਹਰ ਨਿਕਲਦੇ ਨੇ, ਹੁਣ ਇਹ ਨੌਜਵਾਨ ਦੀ ਗਲਤੀ ਇਹੀ ਸੀ ਕਿ ਨਾਕੇ ਤੇ ਰੁਕਿਆ ਨਹੀਂ, CRPF ਨੇ ਨਾਲ ਹੀ ਗੋਲੀਆਂ ਚਲਾ ਦਿੱਤੀਆਂ। ਹੋਰ ਵੀ ਸਾਧਨ ਹੋ ਸਕਦਾ ਸੀ ਉਸ ਨੌਜਵਾਨ ਨੂੰ ਰੋਕਣ ਦਾ, ਕੰਟਰੋਲ ਕਰਨ ਦਾ, ਪਰ ਇਹ ਜ਼ੁਲਮ ਹੈ ਇਹ ਕੀਤਾ ਹੈ CRPF ਨੇ। ਫਲਿੱਪਕਾਰਟ ਦੇ ਸਹਿ ਫਾਊਂਡਰ ਨੇ ਸਚਿਨ ਬੰਸਲ, ਉਹਨਾਂ ਨੇ ਟਵਿੱਟਰ ਦੇ ਉੱਤੇ ਟਵੀਟ ਕੀਤਾ ਹੈ ਕਿ ਜੇ ਕਰੋਨਾ ਵਾਇਰਸ ਕਰਕੇ ਲੋਕਡਾਊਨ ਮੇਰੇ ਬਚਪਨ ਦੇ ਵਿੱਚ ਹੋਇਆ ਹੁੰਦਾ ਤਾਂ ਮੈਂ ਅੱਜ ਗਰੀਬੀ ਦੇ ਵਿੱਚ ਪਲ ਰਿਹਾ ਹੁੰਦਾ। ਕਿਹਾ ਕਿ ਕਿਉਂਕਿ ਉਹਨਾਂ ਦਾ ਪਿਤਾ ਦਾ ਛੋਟਾ ਜਿਹਾ ਬਿਜ਼ਨਸ ਸੀ ਉਹ ਫੇਲ ਹੋ ਜਾਣਾ ਸੀ, ਪਰ ਇਹ ਹੁਣ ਲੱਖਾਂ ਬੱਚਿਆਂ ਦੇ ਨਾਲ ਵਾਪਰ ਰਿਹਾ। ਜੇ ਮੈਂ ਉਸ ਵਕਤ ਜਦੋਂ ਬੱਚਾ ਸੀ ਉਦੋਂ ਲੋਕਡਾਊਨ ਹੁੰਦਾ ਤਾਂ ਅਸੀਂ ਵੀ ਪੂਰੇ ਫੇਲ ਹੋ ਜਾਣਾ ਸੀ। ਇਹ ਹਮਦਰਦੀ ਜਤਾਈ ਹੈ ਫਲਿੱਪਕਾਰਟ ਦੇ ਸਹਿ ਫਾਊਂਡਰ ਨੇ। ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਵੀ ਕੀਤੀ ਹੈ ਕਿ ਲੱਖਾਂ ਬੱਚਿਆਂ ਦੇ ਨਾਲ ਅਜਿਹਾ ਹੋ ਰਿਹਾ ਕਿ ਉਹਨਾਂ ਦੇ
ਪਿਓਆਂ ਦੇ ਬਿਜ਼ਨਸ ਨੇ ਜਿਹੜੇ ਉਹ ਫੇਲ ਹੋ ਚੁੱਕੇ ਨੇ। ਪੂਰੀ ਦੁਨੀਆ ਦੀਆਂ ਖਬਰਾਂ ਦੀ ਗੱਲ ਕਰ ਲਈਏ ਤਾਂ ਅਮਰੀਕਾ ਦੇ ਵਿੱਚ ਇਸ ਵਕਤ ਸਭ ਤੋਂ ਵੱਧ ਮੌਤਾਂ ਨੇ, ਸਭ ਤੋਂ ਵੱਧ ਮਾਮਲੇ ਨੇ। ਮੈਕਸੀਕੋ ਦੇ ਵਿੱਚ ਮੰਗਲਵਾਰ ਨੂੰ 353 ਮੌਤਾਂ ਹੋਈਆਂ। ਵੀਰਵਾਰ ਨੂੰ ਹੋਈਆਂ ਸਭ ਤੋਂ ਵੱਧ ਮੌਤਾਂ ਦੇ ਨਾਲੋਂ 100 ਮੌਤਾਂ ਵੱਧ ਨੇ ਮੈਕਸੀਕੋ ਦੇ ਵਿੱਚ। ਸਿਹਤ ਮੰਤਰਾਲੇ ਨੇ ਇੱਥੇ 1997 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਅਮਰੀਕਾ ਦੇ ਵਿੱਚ ਹੀ ਇੱਕ ਮਾਹਿਰ ਡਾਕਟਰ ਐਂਥਨੀ ਫੌਸ਼ੀ ਨੇ ਇਹ ਖਦਸ਼ਾ ਜਤਾਇਆ ਕਿ ਜੇ ਲੋਕਡਾਊਨ ਦੇ ਵਿੱਚ ਢਿੱਲ ਜਿੰਨੀ ਦਿੱਤੀ ਜਾਏਗੀ ਉਨੇ ਹੀ ਕੇਸ ਨੇ ਜਿਹੜੇ ਵੱਧ ਸਕਦੇ ਨੇ। ਡਾਕਟਰ ਐਂਥਨੀ ਨੇ ਕਿਹਾ ਕਿ ਸਾਡੇ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਲੱਗਦਾ ਹੈ ਕਿ ਮੌਤਾਂ ਦਾ ਅੰਕੜਾ ਸਰਕਾਰੀ ਅੰਕੜਿਆਂ ਦੇ ਨਾਲੋਂ ਵੱਧ ਹੈ, ਯਾਨੀ ਕਿ ਸਰਕਾਰ ਜਿੰਨੀਆਂ ਮੌਤਾਂ ਦੱਸ ਰਹੀ ਹੈ, ਕੱਲ੍ਹ ਆਪਾਂ ਦੱਸਿਆ ਸੀ ਕਿ 80,000 ਤੋਂ ਵੱਧ ਉੱਥੇ ਮੌਤਾਂ ਹੋ ਚੁੱਕੀਆਂ ਨੇ। ਡਾਕਟਰ ਐਂਥਨੀ ਕਹਿੰਦੇ ਨੇ ਕਿ 80,000 ਅੰਕੜਾ ਬਹੁਤ ਘੱਟ ਹੈ, ਇਸ ਤੋਂ ਵੀ ਵੱਧ ਮੌਤਾਂ ਅਸਲੀਅਤ ਦੇ ਵਿੱਚ ਹੋਈਆਂ ਹੋਣਗੀਆਂ। ਸਰਕਾਰ ਅੰਕੜੇ ਛੁਪਾ ਰਹੀ ਹੈ, ਇੱਕ ਵੱਡਾ ਬਿਆਨ ਹੈ। ਉਹਨਾਂ ਨੇ ਕਿਹਾ ਕਿ ਨਿਊਯਾਰਕ ਦੇ ਵਿੱਚ ਜਦੋਂ ਸੱਚਮੁੱਚ ਸਿਹਤ ਪ੍ਰਣਾਲੀ ਦੇ ਲਈ ਇੱਕ ਬਹੁਤ ਹੀ ਗੰਭੀਰ ਚੁਣੌਤੀ ਸੀ, ਹੋ ਸਕਦਾ ਹੈ ਅਜਿਹੇ ਲੋਕ ਵੀ ਹੋਣਗੇ ਜਿਨ੍ਹਾਂ ਦੀ ਆਪਣੇ ਘਰਾਂ ਦੇ ਵਿੱਚ ਹੀ ਮੌਤ ਹੋ ਗਈ ਹੋਵੇ, ਜਿਨ੍ਹਾਂ ਨੂੰ COVID-19 ਸੀ ਪਰ ਉਹਨਾਂ ਦਾ ਕਦੇ ਪਤਾ ਨਹੀਂ ਲੱਗਿਆ ਕਿਉਂਕਿ ਉਹ ਹਸਪਤਾਲ ਹੀ ਨਹੀਂ ਪਹੁੰਚ ਸਕੇ। ਸੋ ਉਹਨਾਂ ਕਿਹਾ ਕਿ ਬਿਮਾਰੀ ਦੇ ਖੁਦ ਹੀ ਖਤਮ ਹੋਣ ਦਾ ਖਿਆਲ ਅਸੰਭਵ ਹੈ ਕਿਉਂਕਿ ਇਹ ਵੱਡੇ ਪੱਧਰ 'ਤੇ ਫੈਲਣ ਵਾਲਾ ਹੈ। ਸੋ ਇਹ ਅਮਰੀਕਾ ਤੋਂ ਖਬਰ ਹੈ ਜਿੱਥੇ ਵੱਡੀ ਗਿਣਤੀ ਦੇ ਵਿੱਚ COVID-19 ਫੈਲਿਆ ਹੋਇਆ। ਟਰੰਪ ਪਹਿਲਾਂ ਹੀ ਉੱਥੇ 2 ਲੱਖ ਮੌਤਾਂ ਦਾ ਅੰਦਾਜ਼ਾ ਤਾਂ ਲਾ ਹੀ ਚੁੱਕੇ ਨੇ। ਸੋ ਇਹ ਡਾਕਟਰ ਸਾਹਿਬ ਵੀ ਸੀਨੀਅਰ ਡਾਕਟਰ ਨੇ ਜਿਹੜੇ ਕਹਿ ਰਹੇ ਨੇ ਕਿ ਹਜੇ ਵੱਡੇ ਪੱਧਰ 'ਤੇ ਫੈਲੇਗਾ। ਹੁਣ ਗੱਲ ਕਰ ਲਈਏ ਕਿ ਬਿਮਾਰੀ ਦੇ ਇਲਾਜ ਦੇ ਵਾਸਤੇ ਟੀਕਾ ਕਦੋਂ ਮਿਲੂਗਾ। ਵਿਸ਼ਵ ਸਿਹਤ ਜਥੇਬੰਦੀ ਦੇ ਇੱਕ ਵਿਸ਼ੇਸ਼ ਨੁਮਾਇੰਦੇ ਡੇਵਿਡ ਨਾਬਾਰੋ ਨੇ ਅੱਜ ਇੱਕ ਬਿਆਨ ਦਿੱਤਾ ਹੈ ਕਿ ਕਰੋਨਾ ਵਾਇਰਸ ਦਾ ਟੀਕਾ ਦੁਨੀਆ ਦੀ ਪੂਰੀ ਆਬਾਦੀ ਤੱਕ ਪਹੁੰਚਣ ਦੇ ਵਿੱਚ 2.5 ਸਾਲ ਲੱਗ ਸਕਦੇ ਨੇ। ਜਨੇਵਾ ਦੇ ਵਿੱਚ WHO ਦੇ ਮੁੱਖ ਦਫ਼ਤਰ ਦੇ ਵਿੱਚ ਇੱਕ TV ਚੈਨਲ ਨਾਲ ਨਾਬਾਰੋ ਨੇ ਇੰਟਰਵਿਊ ਦੌਰਾਨ ਦੱਸਿਆ ਕਿ ਸਾਰੇ ਅੰਦਾਜ਼ੇ ਇਹ ਸੰਕੇਤ ਦਿੰਦੇ ਨੇ ਕਿ ਇੱਕ ਸੁਰੱਖਿਅਤ ਅਤੇ ਪ੍ਰਭਾਵੀ ਟੀਕਾ ਵਿਕਸਿਤ ਹੋਣ ਦੇ ਵਿੱਚ ਬਣਨ ਦੇ ਵਿੱਚ ਘੱਟੋ ਘੱਟ 18 ਮਹੀਨੇ ਲੱਗ ਸਕਦੇ ਨੇ ਤੇ ਸਾਨੂੰ ਇਹੋ ਜਿਹੇ ਕਈ ਟੀਕਿਆਂ ਦੀ ਲੋੜ ਹੋਏਗੀ। ਇਸ ਤੋਂ ਬਾਅਦ ਇਸ ਟੀਕੇ ਨੂੰ ਬਣਾਉਣ ਤੇ ਇਸ ਨੂੰ ਦੁਨੀਆ ਦੀ 7.8 ਬਿਲੀਅਨ ਆਬਾਦੀ ਤੱਕ ਪਹੁੰਚਾਉਣ ਦੇ ਵਿੱਚ 1 ਸਾਲ ਹੋਰ ਲੱਗ ਜਾਏਗਾ ਕਿਉਂਕਿ ਇੰਨੀ ਵੱਡੀ ਮਾਤਰਾ ਦੇ ਵਿੱਚ ਟੀਕਾ ਬਣਾਉਣਾ ਟਾਈਮ ਤਾਂ ਲੱਗੇਗਾ ਹੀ, ਫਿਰ ਉਸਦੀ ਡਿਲੀਵਰੀ ਕਰਨੀ ਉਹਨੂੰ ਵੀ ਟਾਈਮ ਲੱਗੇਗਾ। ਡੇਵਿਡ ਨਾਬਾਰੋ ਇੰਪੀਰੀਅਲ ਕਾਲਜ ਦੇ ਵਿੱਚ ਗਲੋਬਲ ਹੈਲਥ ਦੇ ਪ੍ਰੋਫੈਸਰ ਵੀ ਨੇ। ਉਹ ਕਹਿੰਦੇ ਨੇ ਕਿ ਪਿਛਲੇ ਕਈ ਸਾਲਾਂ ਤੋਂ ਕੋਈ ਸੁਰੱਖਿਅਤ ਟੀਕਾ ਜਿਹੜਾ ਉਹ ਨਹੀਂ ਲੱਭਿਆ। ਕਈ ਵਾਇਰਸਾਂ ਦਾ ਕਈ ਵਾਇਰਸ ਆਲਰੇਡੀ ਦੁਨੀਆ ਦੇ ਵਿੱਚ ਫੈਲ ਚੁੱਕੇ ਨੇ, ਉਹਨਾਂ ਦਾ ਹਾਲੇ ਤੱਕ ਵੀ ਟੀਕਾ ਨਹੀਂ ਲੱਭਿਆ ਤੇ COVID-19 ਤਾਂ ਪੂਰੀ ਦੁਨੀਆ ਦੇ ਵਿੱਚ ਫੈਲਿਆ। ਸੋ ਇਹਦਾ ਟੀਕਾ 2.5 ਸਾਲ ਤੁਸੀਂ ਸੋਚ ਸਕਦੇ ਹੋ ਕਿ ਇਹ ਜਿਹੜੀ ਮਹਾਮਾਰੀ ਹੈ ਇਹਦਾ ਅਸਰ ਕਿੰਨਾ ਲੰਬਾ ਜਾਣ ਵਾਲਾ ਹੈ। ਅਗਲੀ ਖਬਰ ਵੀ ਕਰੋਨਾ ਵਾਇਰਸ ਦੇ ਇਲਾਜ ਦੇ ਨਾਲ ਜੁੜੀ ਹੋਈ ਹੈ। ਕਰੋਨਾ ਵਾਇਰਸ ਦੇ ਇਲਾਜ ਲਈ ਰੈਮਡੇਸਿਵਿਰ ਐਂਟੀਵਾਇਰਲ ਦਵਾਈ ਬਣਾਉਣ ਵਾਲੀ ਕੰਪਨੀ ਨੇ ਭਾਰਤ ਅਤੇ ਪਾਕਿਸਤਾਨ ਵਿੱਚ ਸਥਿਤ 5 ਦਵਾਈ ਕੰਪਨੀਆਂ ਨਾਲ ਲਾਇਸੈਂਸ ਦਾ ਕਰਾਰ ਕੀਤਾ ਹੈ, ਯਾਨੀ ਕਿ ਭਾਰਤ ਤੇ ਪਾਕਿਸਤਾਨ ਦੀਆਂ 5 ਕੰਪਨੀਆਂ ਦੇ ਨਾਲ ਸਮਝੌਤਾ ਕੀਤਾ ਹੈ। ਅਮਰੀਕਾ ਦੀ ਇਹ ਹੈਗੀ ਹੈ ਰੈਮਡੇਸਿਵਿਰ ਐਂਟੀਵਾਇਰਲ ਦਵਾਈ ਬਣਾਉਣ ਵਾਲੀ ਕੰਪਨੀ। ਗਿਲੀਅਡ ਸਾਇੰਸਸ ਨੇ ਕਿਹਾ ਕਿ ਇਹ ਸਮਝੌਤੇ ਦੁਨੀਆ ਦੇ ਲਗਭਗ ਸਾਰੇ ਘੱਟ ਆਮਦਨੀ ਤੇ ਹੇਠਲੇ ਮੱਧਮ ਆਮਦਨੀ ਵਾਲੇ ਦੇਸ਼ਾਂ ਦੇ ਨਾਲ ਕੀਤੇ ਗਏ ਨੇ, ਯਾਨੀ ਕਿ ਜਿਹੜੇ ਵਿਕਾਸਸ਼ੀਲ ਦੇਸ਼ ਨੇ ਉਹਨਾਂ ਦੇ ਨਾਲ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ ਅਫਗਾਨਿਸਤਾਨ, ਭਾਰਤ, ਪਾਕਿਸਤਾਨ, ਉੱਤਰੀ ਕੋਰੀਆ ਤੇ ਦੱਖਣੀ ਅਫਰੀਕਾ ਸ਼ਾਮਲ ਨੇ। ਇਸ ਸਮਝੌਤੇ ਦੇ ਤਹਿਤ ਉੱਚ ਮੱਧ ਵਰਗੀ ਤੇ ਉੱਚ ਆਮਦਨੀ ਵਾਲੇ ਦੇਸ਼ ਵੀ ਸ਼ਾਮਿਲ ਨੇ, ਜਿਨ੍ਹਾਂ ਦੇ ਵਿੱਚ ਅਮਰੀਕਾ ਤੇ ਜਾਪਾਨ। ਇਹਨਾਂ ਦੋਹਾਂ ਦੇਸ਼ਾਂ ਨੇ COVID-19 ਦੇ ਮਰੀਜ਼ਾਂ ਦੇ ਇਲਾਜ ਦੇ ਤੌਰ ਤੇ ਰੈਮਡੇਸਿਵਿਰ ਨੂੰ ਮਨਜ਼ੂਰੀ ਦਿੱਤੀ ਹੈ। ਅਗਲੀ ਖਬਰ ਇੰਗਲੈਂਡ ਤੋਂ ਹੈ, ਜਿੱਥੇ 7 ਹਫ਼ਤਿਆਂ ਦੀ ਪਾਬੰਦੀ ਤੋਂ ਬਾਅਦ ਲਾਕਡਾਊਨ ਦੇ ਵਿੱਚ ਥੋੜ੍ਹੀ ਢਿੱਲ ਦਿੱਤੀ ਜਾ ਰਹੀ ਹੈ। ਇਹਦੇ ਮੁਤਾਬਿਕ ਵੱਖੋ ਵੱਖਰੇ ਘਰਾਂ ਦੇ 2 ਵਿਅਕਤੀ ਬਾਹਰ ਮਿਲ ਸਕਦੇ ਨੇ, ਸਿਰਫ 2, ਜਿਵੇਂ ਕਿ ਪਾਰਕ ਵਿੱਚ, ਪਰ 2 ਮੀਟਰ ਦੀ ਦੂਰੀ ਜ਼ਰੂਰੀ ਹੈ। ਬਾਹਰ ਆਪਣੇ ਘਰਾਂ ਤੋਂ ਬਾਹਰ ਕਸਰਤ, ਗੋਲਫ ਤੇ ਟੈਨਿਸ ਖੇਡਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਘਰ ਤੋਂ ਕੰਮ ਕਰਨ ਵਾਲੇ ਲੋਕ ਇਸ ਨੂੰ ਜਾਰੀ ਰੱਖਣ, ਪਰ ਜੇ ਘਰੋਂ ਕੰਮ ਨਹੀਂ ਕੀਤਾ ਜਾ ਸਕਦਾ ਤਾਂ ਉਹ ਕੰਮ ਤੇ ਜਾ ਸਕਦੇ ਨੇ, ਯਾਨੀ ਕਿ ਵਰਕ ਫਰੋਮ ਹੋਮ ਜਿਹੜੇ ਕਰ ਸਕਦੇ ਨੇ ਉਹ ਕਰੋ, ਜਿਹੜੇ ਨਹੀਂ ਕਰ ਸਕਦੇ ਉਹ ਜਾ ਸਕਦੇ ਨੇ, ਪਰ ਸਾਵਧਾਨੀਆਂ ਜ਼ਰੂਰ ਰੱਖਣੀਆਂ ਨੇ। ਕੰਮ ਤੇ ਜਾਣ ਲੱਗਿਆਂ ਜਨਤਕ ਟਰਾਂਸਪੋਰਟ ਨਹੀਂ ਵਰਤਣਾ, ਤੇ ਜੇ ਵਰਤਣਾ ਹੈ ਤੁਸੀਂ ਮਜਬੂਰੀ ਦੇ ਵਿੱਚ ਤਾਂ ਲਾਈਨਾਂ ਦੇ ਵਿੱਚ ਖੜੇ ਹੋਣਾ ਹੈ, ਡਿਸਟੈਂਸ ਰੱਖਣਾ ਹੈ ਤੇ ਮਾਸਕ ਜ਼ਰੂਰ ਪਹਿਨਣਾ ਹੈ। ਖੁਰਾਕ ਉਤਪਾਦਨ, ਉਸਾਰੀ ਤੇ ਮੈਨੂਫੈਕਚਰਿੰਗ ਖੇਤਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਦਫ਼ਤਰਾਂ ਦੇ ਵਿੱਚ ਨਵੇਂ ਸੁਰੱਖਿਆ ਨਿਰਦੇਸ਼ ਦਿੱਤੇ ਨੇ। ਘਰ ਬਦਲਣੇ, ਖਰੀਦਣੇ ਜਾਂ ਫਿਰ ਕਿਰਾਏ ਤੇ ਵੇਖਣ ਦੀ ਵੀ ਇਜਾਜ਼ਤ ਦੇ ਦਿੱਤੀ ਗਈ ਹੈ। ਪਿਛਲੇ ਸਮੇਂ ਦੌਰਾਨ ਲਾਕਡਾਊਨ ਦੇ ਵਿੱਚ ਕੋਈ ਵੀ ਵਿਅਕਤੀ ਨਵਾਂ ਕਿਰਾਏ ਤੇ ਘਰ ਨਹੀਂ ਸੀ ਲੈ ਸਕਦਾ, ਨਾ ਹੀ ਨਵਾਂ ਖਰੀਦ ਸਕਦਾ ਸੀ ਤੇ ਨਾ ਹੀ ਸ਼ਿਫਟ ਕਰ ਸਕਦਾ ਸੀ। ਸੋ UK ਤੋਂ ਹੀ ਅਗਲੀ ਖਬਰ ਹੈ, ਜਿੱਥੇ ਅਰਥਚਾਰਾ ਜਿਹੜਾ ਇਸ ਦੇਸ਼ ਦਾ ਉਹ ਪਹਿਲੀ ਤਿਮਾਹੀ ਦੇ ਵਿੱਚ ਹੀ
ਵਿੱਤੀ ਸੰਕਟ ਤੋਂ ਬਾਅਦ ਸਭ ਤੋਂ ਤੇਜ਼ ਰਫ਼ਤਾਰ ਦੇ ਨਾਲ ਸੁੰਗੜਿਆ ਹੈਗਾ। ਨੈਸ਼ਨਲ ਸਟੈਟਿਸਟਿਕਸ ਨੇ ਰਿਪੋਰਟ ਦਿੱਤੀ ਹੈ, ਉਹਦੇ ਵਿੱਚ ਦੱਸਿਆ ਗਿਆ ਕਿ UK ਦੇ ਵਿੱਚ ਪਹਿਲੀ ਤਿਮਾਹੀ ਵਿੱਚ ਅਰਥਚਾਰੇ ਵਿੱਚ 2% ਦੀ ਗਿਰਾਵਟ ਆਈ ਹੈ। 2019 ਦੀ ਆਖਰੀ ਤਿਮਾਹੀ ਵਿੱਚ 0 ਵਾਧਾ ਹੋਇਆ ਸੀ। ਚੀਨ, ਜਿੱਥੋਂ ਦੇ ਵੁਹਾਨ ਸ਼ਹਿਰ ਤੋਂ ਕਰੋਨਾ ਵਾਇਰਸ ਫੈਲਿਆ ਸੀ, ਉੱਥੋਂ ਖਬਰ ਹੈ ਉੱਥੋਂ ਦੇ ਵਾਈਸ ਮੇਅਰ ਨੇ ਇੱਕ ਹੋਰ ਖਤਰੇ ਦੀ ਚੇਤਾਵਨੀ ਦੇ ਦਿੱਤੀ ਹੈ। ਜਿਲਨ ਸ਼ਹਿਰ ਦੇ ਵਾਈਸ ਮੇਅਰ ਗਈ ਡੋਂਗਪਿੰਗ ਨੇ ਚੇਤਾਵਨੀ ਦਿੱਤੀ ਹੈ ਕਿ ਕਰੋਨਾ ਵਾਇਰਸ ਦੀ ਲਾਗ ਵਿੱਚ ਹਾਲੇ ਹੋਰ ਵਾਧਾ ਹੋ ਸਕਦਾ ਹੈ। ਖਬਰ ਏਜੰਸੀ ਰਾਇਟਰਸ ਦੇ ਵਿੱਚ ਰਿਪੋਰਟ ਛਪੀ ਹੈ, ਉਹਦੇ ਵਿੱਚ ਲਿਖਿਆ ਹੈ ਕਿ ਡੋਂਗਪਿੰਗ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਿਲਨ ਸ਼ਹਿਰ ਦੇ ਵਿੱਚ ਕਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਜ਼ਰੂਰੀ ਕਦਮ ਅਸੀਂ ਚੁੱਕ ਰਹੇ ਹਾਂ। ਰੇਲ ਗੱਡੀਆਂ ਤੇ ਪਹਿਲਾਂ ਹੀ ਪਾਬੰਦੀ ਲਾ ਦਿੱਤੀ ਗਈ ਹੈ ਜਿਹੜੀਆਂ ਦੂਜੇ ਸੂਬਿਆਂ ਨੂੰ ਜਾਂਦੀਆਂ ਨੇ, ਇੰਟਰਸਟੇਟ ਨੇ ਜਿਹੜੀਆਂ। ਤੇ ਬੁੱਧਵਾਰ ਨੂੰ COVID-19 ਦੇ ਇੱਥੇ 6 ਨਵੇਂ ਕੇਸ ਦਰਜ ਕੀਤੇ ਗਏ ਸੀ। ਜਿਲਨ ਦੇ ਸ਼ੁਲਾਨ ਦੇ ਵਿੱਚ 11 ਨਵੇਂ ਕੇਸ ਸਾਹਮਣੇ ਆਏ ਸੀ। ਸੋ ਇੱਥੇ ਸਭ ਤੋਂ ਸਖਤ ਲੋਕਡਾਊਨ ਹੈ ਜਿਹੜਾ ਉਹ ਲਾਗੂ ਕੀਤਾ ਗਿਆ ਕਿਉਂਕਿ COVID-19 ਦੇ ਦੂਜੇ ਹਮਲੇ ਦੀ ਚਿੰਤਾ ਇੱਥੇ ਵੱਧ ਗਈ ਹੈ। ਸਿੰਗਾਪੁਰ ਤੋਂ ਖਬਰ ਹੈ, ਜਿੱਥੇ ਸਿੰਗਾਪੁਰ ਪ੍ਰਸ਼ਾਸਨ ਨੇ ਫੈਸਲਾ ਲਿਆ ਹੈ ਕਿ ਸਿੰਗਾਪੁਰ ਦੇ ਵਿੱਚ ਰਹਿਣ ਵਾਲੇ ਸਾਰੇ 3,23,000 ਵਿਦੇਸ਼ੀ ਕਾਮਿਆਂ ਦਾ, ਪ੍ਰਵਾਸੀ ਕਾਮਿਆਂ ਦਾ COVID-19 ਦਾ ਟੈਸਟ ਹੋਏਗਾ। ਦੱਖਣੀ ਏਸ਼ੀਆ ਤੋਂ ਸਭ ਤੋਂ ਵੱਧ ਲੱਖਾਂ ਮਜ਼ਦੂਰ ਸਿੰਗਾਪੁਰ ਦੇ ਵਿੱਚ ਕੰਮ ਕਰਦੇ ਨੇ। ਭਾਰਤ ਤੋਂ ਵੀ, ਪੰਜਾਬ ਤੋਂ ਵੀ ਸਿੰਗਾਪੁਰ ਦੇ ਵਿੱਚ ਲੋਕ ਕੰਮ ਕਰਨ ਜਾਂਦੇ ਨੇ। ਜ਼ਿਆਦਾਤਰ ਮਜ਼ਦੂਰ ਉਸਾਰੀ ਦਾ ਕੰਮ ਕਰਦੇ ਨੇ ਤੇ ਸੰਘਣੀ ਆਬਾਦੀ ਵਾਲੇ ਡੋਰਮਿਟਰੀ ਸ਼ਹਿਰ ਦੇ ਵਿੱਚ ਇਹ ਰਹਿੰਦੇ ਨੇ ਜ਼ਿਆਦਾਤਰ ਮਜ਼ਦੂਰ। ਇਹਨਾਂ ਦੇ ਵਿੱਚ ਪਿਛਲੇ ਦਿਨੀ ਆਪਾਂ ਖਬਰ ਦਿੱਤੀ ਸੀ ਕਿ ਡੋਰਮਿਟਰੀ ਦੇ ਵਿੱਚ ਰਹਿੰਦੇ ਜਿਹੜੇ ਪ੍ਰਵਾਸੀ ਕਾਮੇ ਨੇ ਉਹਨਾਂ ਦੇ ਵਿੱਚ ਬਹੁਤ ਕੇਸ ਨੇ ਜਿਹੜੇ COVID-19 ਦੇ ਪਾਏ ਗਏ ਨੇ। ਕਈ ਵਾਰੀ ਤਾਂ ਇੱਕ ਕਮਰੇ ਦੇ ਵਿੱਚ 16 ਮਜ਼ਦੂਰ ਰਹਿੰਦੇ ਨੇ। ਹੁਣ ਤੱਕ ਡੋਰਮਿਟਰੀ ਵਿੱਚ ਰਹਿਣ ਵਾਲੇ 32,000 ਤੋਂ ਵੱਧ ਮਜ਼ਦੂਰ ਨੇ ਜਿਹੜੇ ਉਹ COVID-19 ਪੋਜ਼ਿਟਿਵ ਪਾਏ ਗਏ ਨੇ, ਜੋ ਕਿ ਸਿੰਗਾਪੁਰ ਦੀ ਕੁੱਲ ਆਬਾਦੀ ਦਾ 10% ਹਿੱਸਾ ਬਣਦਾ ਹੈ। ਟਵਿੱਟਰ ਬਾਰੇ ਵੀ ਤੁਸੀਂ ਸੁਣਿਆ ਹੋਊਗਾ। ਟਵਿੱਟਰ ਉਸ ਤਰ੍ਹਾਂ ਦੇ ਨਾਲ ਇੱਕ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਵੇਂ ਫੇਸਬੁੱਕ ਹੈ, ਯੂਟਿਊਬ ਹੈ, ਇੰਸਟਾਗ੍ਰਾਮ ਹੈ, ਉਸੇ ਤਰ੍ਹਾਂ ਟਵਿੱਟਰ ਹੈ ਜਿਹਨੂੰ ਜ਼ਿਆਦਾਤਰ ਆਫੀਸ਼ੀਅਲੀ ਲੋਕ ਵਰਤਦੇ ਨੇ। ਟਵਿੱਟਰ ਨੇ ਦੱਸਿਆ ਕਿ ਉਹਨਾਂ ਦੇ ਕਰੀਬ 5,000 ਮੁਲਾਜ਼ਮ ਨੇ ਜਿਹੜੇ ਮਾਰਚ ਮਹੀਨੇ ਤੋਂ ਵਰਕ ਫਰੋਮ ਹੋਮ ਕਰ ਰਹੇ ਨੇ ਤੇ ਹੁਣ ਟਵਿੱਟਰ ਨੇ ਫੈਸਲਾ ਲਿਆ ਕਿ ਉਹਨਾਂ ਦੇ ਮੁਲਾਜ਼ਮ ਨੇ ਜਿਹੜੇ ਹਮੇਸ਼ਾ ਲਈ, ਸਦਾ ਲਈ ਲੋਕਡਾਊਨ ਖਤਮ ਹੋ ਗਿਆ ਜਦੋਂ, ਉਦੋਂ ਬਾਅਦ ਵੀ ਵਰਕ ਫਰੋਮ ਹੋਮ ਕਰ ਸਕਦੇ ਨੇ। ਯਾਨੀ ਕਿ ਟਵਿੱਟਰ ਨੇ ਵਰਕ ਫਰੋਮ ਹੋਮ ਦੇ ਕਲਚਰ ਨੂੰ ਅਪਣਾ ਲਿਆ ਹੈਗਾ। ਕੰਪਨੀ ਦੇ ਮੁਤਾਬਿਕ ਦਫ਼ਤਰ ਤੋਂ ਦੂਰ ਰਹਿ ਕੇ ਕੰਮ ਕਰਨ ਦੇ ਬੰਦੋਬਸਤ ਨੇ ਬਹੁਤ ਹੀ ਵਧੀਆ ਆਊਟਪੁੱਟ ਦਿੱਤੀ ਹੈ। ਯਾਨੀ ਕਿ ਲੋਕਾਂ ਨੂੰ ਘਰਾਂ ਦੇ ਵਿੱਚ ਕੰਮ ਕਰਨ ਦੀ ਜਦੋਂ ਸਹੂਲਤ ਦਿੱਤੀ ਗਈ ਹੈ ਤਾਂ ਕੰਮ ਦੇ ਵਿੱਚ ਵਧੀਆ ਆਊਟਪੁੱਟ ਦਰਜ ਕੀਤੀ ਗਈ ਹੈ। ਇਸ ਲਈ ਜੇ ਮੁਲਾਜ਼ਮਾਂ ਦਾ ਕੰਮ ਇਸ ਦੀ ਆਗਿਆ ਦਿੰਦਾ ਹੋਵੇ ਤਾਂ ਉਹ ਉਹਨਾਂ ਨੂੰ ਦੂਰੋਂ ਕੰਮ ਕਰਦੇ ਰਹਿ ਸਕਣ ਦੀ ਆਗਿਆ ਦੇ ਸਕਦੀ ਹੈ। ਮਤਲਬ ਜੇ ਮੁਲਾਜ਼ਮ ਚਾਹੁਣ ਤਾਂ ਟਵਿੱਟਰ ਕੰਪਨੀ ਹੈ ਜਿਹੜੀ ਉਹ ਉਹਨਾਂ ਨੂੰ ਵਰਕ ਫਰੋਮ ਹੋਮ ਦੀ ਸਹੂਲਤ ਦੇ ਸਕਦੀ ਹੈ। ਟਵਿੱਟਰ ਦੇ CEO ਜੈਕ ਡਾਰਸੀ ਨੇ ਮੁਲਾਜ਼ਮਾਂ ਦੇ ਨਾਂ ਇੱਕ ਈਮੇਲ ਵੀ ਲਿਖੀ ਹੈ ਜਿਹਦੇ ਵਿੱਚ ਲਿਖਿਆ ਹੈ ਕਿ ਜੇ ਸਾਡੇ ਮੁਲਾਜ਼ਮਾਂ ਦੀ ਅਜਿਹੀ ਭੂਮਿਕਾ ਹੈ ਤੇ ਸਥਿਤੀ ਹੈ ਜਿਸ ਨਾਲ ਉਹ ਘਰੋਂ ਕੰਮ ਕਰਦੇ ਰਹਿ ਸਕਦੇ ਨੇ ਤੇ ਉਹ ਸਦਾ ਲਈ ਅਜਿਹਾ ਕਰਦੇ ਰਹਿਣਾ ਚਾਹੁੰਦੇ ਨੇ ਤਾਂ ਅਸੀਂ ਅਜਿਹਾ ਕਰਨ ਦੀ ਇਜਾਜ਼ਤ ਦੇ ਰਹੇ ਹਾਂ। ਬਾਕੀ ਮੁਲਾਜ਼ਮ ਜੋ ਹਮੇਸ਼ਾ ਲਈ ਘਰੋਂ ਕੰਮ ਨਹੀਂ ਕਰ ਸਕਦੇ ਉਹਨਾਂ ਲਈ ਸਾਲ ਦੇ ਅਖੀਰ ਤੱਕ ਕੰਪਨੀ ਆਪਣੇ ਦਫ਼ਤਰ ਖੋਲ੍ਹ ਦੇਵੇਗੀ। ਪਰ ਇਹ ਤਾਂ ਯਕੀਨੀ ਤੁਸੀਂ ਬਣਾਈ ਲਓ, ਇਹ ਤਾਂ ਪੱਕਾ ਹੈ ਕਿ ਸਤੰਬਰ ਤੋਂ ਪਹਿਲਾਂ ਕੋਈ ਵੀ ਦਫ਼ਤਰ ਨਹੀਂ ਖੁੱਲ੍ਹੇਗਾ, ਘਰ ਤੋਂ ਕੰਮ ਕਰਨਾ ਪਏਗਾ। ਸੋ ਟਵਿੱਟਰ ਦੇ ਦੁਨੀਆ ਭਰ ਦੇ ਵਿੱਚ ਦਿੱਲੀ, ਲੰਡਨ ਤੇ ਸਿੰਗਾਪੁਰ ਸਮੇਤ 35 ਥਾਵਾਂ ਤੇ ਦਫ਼ਤਰ ਨੇ। ਕੰਪਨੀ ਦਾ ਮੁੱਖ ਦਫ਼ਤਰ ਅਮਰੀਕਾ ਦੇ ਸੈਨ ਫਰਾਂਸਿਸਕੋ ਦੇ ਵਿੱਚ ਹੈ। ਸਪੇਨ ਤੋਂ ਇੱਕ ਚੰਗੀ ਖਬਰ ਹੈ ਜਿੱਥੇ 113 ਸਾਲਾਂ ਦੀ ਬਜ਼ੁਰਗ ਔਰਤ ਨੇ ਕਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਇਹ ਸਪੇਨ ਦੀ ਸਭ ਤੋਂ ਬਜ਼ੁਰਗ ਔਰਤ ਹੈ। ਉੱਥੋਂ ਦੇ ਮੀਡੀਆ ਦੀ ਜਾਣਕਾਰੀ ਦੇ ਮੁਤਾਬਿਕ ਸਪੇਨ ਦੀ ਸਭ ਤੋਂ ਵੱਡੀ ਉਮਰ ਦੀ ਔਰਤ ਹੈ। ਇਹਨਾਂ ਨਾਮ ਮਾਰੀਆ ਬ੍ਰਾਇਨਸ ਹੈ, ਜਿਨ੍ਹਾਂ ਨੂੰ ਮਾਰਚ ਦੇ ਵਿੱਚ ਪੁਸ਼ਟੀ ਹੋਈ ਸੀ COVID-19 ਦੀ। ਕਈ ਹਫ਼ਤਿਆਂ ਦੇ ਇਕਾਂਤਵਾਸ ਤੋਂ ਬਾਅਦ ਮਾਰੀਆ ਹੁਣ ਬਿਲਕੁਲ ਤਰ੍ਹਾਂ ਨਾਲ ਠੀਕ ਹੈ, ਬਿਮਾਰੀ ਦਾ ਕੋਈ ਵੀ ਲੱਛਣ ਨਹੀਂ ਹੈ ਤੇ ਹੁਣ ਉਹ ਸਪੇਨ ਦੇ ਅਜਿਹੇ ਬਜ਼ੁਰਗ ਬਣ ਚੁੱਕੀ ਹੈ ਜਿਨ੍ਹਾਂ ਨੇ ਦੇਸ਼ ਵਿੱਚ 1918-19 ਦੀ ਮਹਾਮਾਰੀ, ਫਿਰ 1936 ਤੋਂ ਲੈ ਕੇ 1939 ਤੱਕ ਦਾ ਚੱਲਿਆ ਗ੍ਰਹਿ ਯੁੱਧ ਤੇ ਹੁਣ COVID-19 ਦੀ ਮਹਾਮਾਰੀ ਹੈ ਜਿਹੜੀ ਉਹ ਆਪਣੀ ਜ਼ਿੰਦਗੀ ਦੇ ਵਿੱਚ ਦੇਖੀ ਹੈ ਕਿਉਂਕਿ ਉਮਰ ਬਹੁਤ ਵੱਡੀ ਹੈ, 113 ਸਾਲਾਂ ਦੀ। ਸੋ ਅਸੀਂ ਦੁਆ ਕਰਦੇ ਹਾਂ ਕਿ ਦੁਨੀਆ ਦੇ ਵਿੱਚ ਜਿੰਨੇ ਵੀ COVID-19 ਦੇ ਮਰੀਜ਼ ਨੇ ਉਹ ਸਾਰੇ ਤੰਦਰੁਸਤ ਹੋ ਜਾਣ ਤੇ ਤੰਦਰੁਸਤ ਹੋਣ ਦੇ ਲਈ ਉਹਨਾਂ ਨੂੰ ਇਹ ਮੰਨਣਾ ਪਏਗਾ ਕਿ COVID-19 ਦੀ ਕੋਈ ਵੀ ਇਲਾਜ ਹੈ ਜਿਹੜਾ ਉਹ ਨਹੀਂ ਬਣਿਆ, ਕੋਈ ਵੀ ਟੀਕਾ ਨਹੀਂ ਬਣਿਆ। ਸੋ ਉਹਨਾਂ ਨੇ ਸਿਰਫ ਹੌਸਲੇ ਦੇ ਨਾਲ ਇਸ ਬਿਮਾਰੀ ਨੂੰ ਜਿੱਤਣਾ ਹੈ। ਔਰ ਇਹ ਗੱਲ ਪੱਕੀ ਹੈ ਕਿ ਜੇ ਇਨਸਾਨ ਦੇ ਅੰਦਰ ਕੋਈ ਵੀ ਬਿਮਾਰੀ ਹੋਵੇ ਤੇ ਉਹ ਹੌਸਲੇ ਦੇ ਨਾਲ ਇਸ ਨੂੰ ਜਿੱਤ ਸਕਦਾ ਹੈ ਕਿਉਂਕਿ ਸਰੀਰ ਹੈ ਨਾ ਜਿਹੜਾ ਉਹ ਤੁਹਾਡੇ ਮਨ ਦੇ ਮੁਤਾਬਿਕ ਚੱਲਦਾ ਹੈ।
ਆਪਾਂ ਇਹ ਨਹੀਂ ਕਹਿੰਦੇ ਕਿ ਬਿਮਾਰੀਆਂ ਨੇ ਜਿਹੜੀਆਂ ਉਹ ਨਹੀਂ ਲੱਗ ਸਕਦੀਆਂ, ਜੇ ਤੁਸੀਂ ਬੜੀ ਚੜ੍ਹਦੀ ਕਲਾ ਵਾਲੇ ਹੋ ਲੱਗ ਸਕਦੀਆਂ ਨੇ, ਪਰ ਤੁਸੀਂ ਆਪਣੇ ਮਨ ਦੀ ਚੜ੍ਹਦੀ ਕਲਾ ਦੇ ਨਾਲ ਇਹਨਾਂ ਨੂੰ ਜਿੱਤ ਸਕਦੇ ਹੋ, ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ। ਤੁਸੀਂ ਆਪਣੀ ਸਮਝ ਦੇ ਨਾਲ, ਆਪਣੇ ਦਿਮਾਗ ਦੇ ਨਾਲ ਖਾਣਾ ਪੀਣਾ ਸਹੀ ਕਰਕੇ ਇਸ ਨੂੰ ਜਿੱਤ ਸਕਦੇ ਹੋ। ਕਿਉਂਕਿ ਜਿਵੇਂ ਆਪਾਂ ਦੇਖ ਲਈਏ ਕਿ ਜਿਹੜੇ ਵਹੀਕਲ ਹੁੰਦੇ ਨੇ, ਵਾਹਨ ਹੁੰਦੇ ਨੇ, ਉਹਨਾਂ ਦੇ ਅੰਦਰ ਮਸ਼ੀਨਰੀ ਹੈ, ਉਹਨੂੰ ਕਿਵੇਂ ਠੀਕ ਕਰਨਾ ਉਹਦੇ ਮਕੈਨਿਕ ਜਾਣਦੇ ਨੇ, ਅਤੇ ਜਿਹੜਾ ਇਨਸਾਨ ਹੈ ਉਹ ਆਪਣੇ ਸਰੀਰ ਦੀ ਮਸ਼ੀਨਰੀ ਦਾ ਖੁਦ ਮਕੈਨਿਕ ਹੈ। ਪਰਮਾਤਮਾ ਨੇ ਬੜੀ ਬੇਅੰਤ ਚੀਜ਼ ਬਣਾਈ ਹੈ, ਜਿਹੜਾ ਇਨਸਾਨ ਦਾ ਸਰੀਰ ਬਣਾਇਆ ਹੈ, ਇਹਦੇ ਵਿੱਚ ਲੱਖਾਂ ਖੰਡਾਂ ਬ੍ਰਹਿਮੰਡਾਂ ਦੇ ਵਿੱਚੋਂ ਪਤਾ ਨਹੀਂ ਕੀ ਕੁਛ ਕੱਢ ਕੇ ਇਨਸਾਨ ਦੇ ਸਰੀਰ ਦੇ ਵਿੱਚ ਪਾਇਆ। ਅਤੇ ਜੇ ਤੁਸੀਂ ਆਪਣੇ ਸਰੀਰ ਦੀ ਮਸ਼ੀਨਰੀ ਨੂੰ ਸਮਝ ਲਓਗੇ ਨਾ ਤਾਂ ਤੁਸੀਂ ਕਦੇ ਬਿਮਾਰ ਨਹੀਂ ਹੋ ਸਕਦੇ। ਜੇ ਤੁਸੀਂ ਆਪਣੇ ਸਰੀਰ ਦੀ ਹਰਕਤ ਨੂੰ, ਹਰ ਹਰਕਤ ਨੂੰ ਸਮਝਦੇ ਹੋਏ ਉਸਦਾ ਇਲਾਜ ਕਰਨ ਦੇ ਯੋਗ ਹੋਵੋਗੇ, ਤੁਸੀਂ ਹਰ ਬਿਮਾਰੀ ਨੂੰ ਜਿੱਤ ਲਓਗੇ। ਸੋ ਇਹ ਬਹੁਤ ਜ਼ਰੂਰੀ ਹੈ। ਜਿਵੇਂ ਸਾਫ਼ ਸਫਾਈ ਰੱਖਣਾ ਅਤੇ ਆਪਣਾ ਜਿਹੜਾ ਮਨ ਹੈ ਉਹਦੇ ਵਿੱਚ ਪੋਜ਼ੀਟਿਵਿਟੀ ਲੈ ਕੇ ਆਉਣੀ। ਜਿਹੜੇ ਨੈਗੇਟਿਵ ਬਿਰਤੀ ਦੇ ਲੋਕ ਹੁੰਦੇ ਨੇ ਉਹ ਖੁਦ ਤਾਂ ਡਰਦੇ ਨੇ, ਦੂਜਿਆਂ ਨੂੰ ਵੀ ਐਵੇਂ ਸਹਿਮ ਦੇ ਵਿੱਚ ਪਾਈ ਰੱਖਦੇ ਨੇ, ਬਿਮਾਰੀ ਤੋਂ ਡਰਾਈ ਜਾਣਗੇ, ਤੈਨੂੰ ਇਹ ਹੋ ਜਾਊਗਾ, ਉਹ ਹੋ ਜਾਊਗਾ। ਸੋ ਇਹੋ ਜਿਹੀਆਂ ਜਿਹੜੀਆਂ ਗੱਲਾਂ ਨੇ ਕਮ ਸੇ ਕਮ ਆਪਾਂ ਤਾਂ ਜ਼ਰੂਰ ਬਿਲਕੁਲ ਨਹੀਂ ਕਰਨੀਆਂ ਹੈਗੀਆਂ, ਇਹਨਾਂ ਤੋਂ ਬਚ ਕੇ ਰੱਖਣਾ ਹੈ। ਜਿੰਨਾ ਹੋ ਸਕੇ ਮਰੀਜ਼ਾਂ ਨੂੰ ਹੌਸਲਾ ਦਿਓ, ਉਹਨਾਂ ਦੇ ਨਾਲ ਹਮਦਰਦੀ ਰੱਖੋ। ਜੇ ਤੁਹਾਡੇ ਲਿੰਕ ਦੇ ਵਿੱਚ ਕੋਈ ਵੀ ਕੋਵਿਡ-19 ਦਾ ਮਰੀਜ਼ ਹੈ, ਉਹਨਾਂ ਨੂੰ ਫੋਨ ਜ਼ਰੂਰ ਕਰੋ। ਫੋਨ ਕਰਕੇ ਉਹਨਾਂ ਨੂੰ ਸਿਰਫ ਜਿਹੜਾ ਹੈ ਚੜ੍ਹਦੀ ਕਲਾ ਦੇ ਵਿੱਚ ਰਹਿਣ ਦੀ ਜਿਹੜੀ ਸਪਿਰਿਟ ਹੈ ਉਹ ਉਹਨਾਂ ਦੇ ਅੰਦਰ ਭਰੋ। ਇੰਨਾ ਹੀ ਅਸੀਂ ਕਰ ਸਕਦੇ ਹਾਂ, ਕਿਉਂਕਿ ਕੋਵਿਡ-19 ਦਾ ਕੋਈ ਇਲਾਜ ਨਹੀਂ ਹੈਗਾ। ਸੋ ਦੂਸਰੀ ਵੱਡੀ ਗੱਲ ਇਹ ਹੈ ਕਿ ਹੁਣ ਜੋ 20 ਲੱਖ ਕਰੋੜ ਦਾ ਪੈਕੇਜ ਪ੍ਰਧਾਨ ਮੰਤਰੀ ਨੇ ਜਾਰੀ ਕੀਤਾ ਹੈ, ਪ੍ਰਧਾਨ ਮੰਤਰੀ ਨੇ ਜਾਰੀ ਨਹੀਂ ਕੀਤਾ, ਅਸਲ ਦੇ ਵਿੱਚ ਹਾਲੇ ਤਾਂ ਐਲਾਨ ਹੀ ਹੋਇਆ। ਸੋ ਇਹ ਜਾਰੀ ਕਦੋਂ ਸ਼ੁਰੂ ਹੋਵੇਗਾ ਇਸ ਦੀ ਵੀ ਉਡੀਕ ਰਹੇਗੀ। ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਮੁਲਕ ਦੇ ਵਿੱਚ 135 ਕਰੋੜ ਦੇ ਲਗਭਗ ਆਬਾਦੀ ਹੈ, ਅਤੇ ਜਿਹੜੀ ਰਾਸ਼ੀ ਜਾਰੀ ਹੋਈ ਹੈ 20 ਲੱਖ ਕਰੋੜ ਹੈਗੀ ਹੈ। ਸੋ ਵੈਸੇ ਜੇ ਆਪਾਂ ਮੋਟਾ ਅੰਦਾਜ਼ਾ ਲਾ ਲਈਏ, ਜੇ ਸਾਰੇ ਵਿਅਕਤੀਆਂ ਦੇ ਹਰ ਇੱਕ ਭਾਰਤ ਵਾਸੀ ਦੇ ਖਾਤੇ ਦੇ ਵਿੱਚ ਪੈਸੇ ਪਾਏ ਜਾਣ ਤਾਂ 15,000 ਦੇ ਕਰੀਬ ਟੈਕਸ ਟੁਕਸ ਕੱਟ ਕੇ ਇੰਨਾ ਕੁ ਅਮਾਊਂਟ ਹੈ ਜਿਹੜਾ ਉਹ ਸਾਰਿਆਂ ਨੂੰ ਆ ਸਕਦਾ ਹੈ। ਪਰ ਹੁਣ ਭਾਰਤ ਸਰਕਾਰ ਕਿਸ ਤਰੀਕੇ ਦੇ ਨਾਲ ਭਾਰਤ ਨੂੰ ਆਤਮ ਨਿਰਭਰ ਬਣਾਉਣਾ ਚਾਹੁੰਦੀ ਹੈ ਉਹ ਦੇਖਣਾ ਅਹਿਮ ਰਹੇਗਾ, ਕਿਉਂਕਿ ਮੋਦੀ ਸਾਹਿਬ ਨੇ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਸੀ ਕਿ ਆਤਮ ਨਿਰਭਰ ਭਾਰਤ ਬਣਾਉਣ 'ਤੇ ਖਰਚ ਕੀਤਾ ਜਾਏਗਾ। ਜਿਹੜਾ ਕੋਵਿਡ-19 ਦੀ ਮਹਾਂਮਾਰੀ ਦੇ ਦੌਰਾਨ ਲੋਕਾਂ ਦਾ ਲੋਸ ਹੋਇਆ ਹੈਗਾ, ਉਸ ਦੇ ਲਈ ਕਿੰਨਾ ਕੁ ਲੋਕਾਂ ਨੂੰ ਦਿੱਤਾ ਜਾਏਗਾ ਇਹ ਹਾਲੇ ਤੱਕ ਸਾਫ਼ ਨਹੀਂ ਹੋ ਪਾ ਰਿਹਾ, ਕਿਉਂਕਿ ਗੱਲਾਂ ਤਾਂ ਗੋਲ ਮੋਲ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਲੋਕਾਂ ਨੂੰ ਸਿੱਧੇ ਤੌਰ 'ਤੇ ਦਿੱਤਾ ਜਾਵੇ। ਜਿਵੇਂ ਅਮਰੀਕਾ ਦੀ ਗੱਲ ਕਰ ਲਈਏ, ਆਸਟ੍ਰੇਲੀਆ ਦੀ ਗੱਲ ਕਰ ਲਈਏ, ਉੱਥੇ ਜਿਹੜੇ ਸਟੂਡੈਂਟ ਨੇ ਉਹਨਾਂ ਨੂੰ $500 ਵਿਦੇਸ਼ੀ ਸਟੂਡੈਂਟ ਨੇ ਉਹਨਾਂ ਨੂੰ ਸਾਰਿਆਂ ਨੂੰ ਸਰਕਾਰ ਨੇ ਖਾਤੇ ਵਿੱਚ ਪਾਤਾ ਕਿ ਫਿਲਹਾਲ ਹੁਣ ਤੁਸੀਂ ਘਰਾਂ ਦੇ ਵਿੱਚ ਬੈਠੇ ਹੋ, ਆਹ ਚੱਕੋ, ਇਹ ਤੁਹਾਡਾ ਰਾਹਤ ਫੰਡ ਹੈ, ਤੁਸੀਂ ਆਪਣਾ ਖਰਚਾ ਚਲਾਓ। ਪਰ ਜਿਹੜੀ ਭਾਰਤ ਸਰਕਾਰ ਹੈ ਉਹਨੇ 20 ਲੱਖ ਕਰੋੜ ਦਾ ਐਲਾਨ ਕੀਤਾ। ਉਹ ਕਿਹਾ ਕਿ 2020 ਤੱਕ ਇਹ ਜਾਰੀ ਹੁੰਦਾ ਰਹੇਗਾ। ਮਤਲਬ ਜਿਹੜੀ ਤੁਰੰਤ ਰਾਹਤ ਹੈ ਨਾ ਉਹ ਸਾਨੂੰ ਨਹੀਂ ਮਿਲ ਰਹੀ ਹੈਗੀ। ਜਿਵੇਂ ਹੁਣ PF ਹੈ, PF ਦੀ ਗੱਲ ਕੀਤੀ ਹੈ, ਉਹ ਮੁਲਾਜ਼ਮਾਂ ਦੀ ਗੱਲ ਕੀਤੀ ਹੈ, ਪਰ ਜਿਹੜੇ ਮਜ਼ਦੂਰ ਤੁਰੇ ਜਾ ਰਹੇ ਨੇ ਜਾਂ ਫਿਰ ਜਿਨ੍ਹਾਂ ਦੇ ਯਾਨੀ ਕਿ ਜਿਨ੍ਹਾਂ ਨੂੰ ਪਿਛਲੇ 2 ਮਹੀਨਿਆਂ ਦੇ ਵਿੱਚ ਲੋਸ ਹੋਇਆ, ਚਾਹੇ ਆਪਾਂ ਕਿਸੇ ਵੀ ਛੋਟੇ ਵੱਡੇ ਕਿਸੇ ਵੀ ਦੁਕਾਨਦਾਰ ਦੀ ਗੱਲ ਕਰ ਲਈਏ, ਉਹਨਾਂ ਨੂੰ ਲੋੜ ਹੈ ਤੁਰੰਤ ਰਾਹਤ ਦੀ। ਉਹਨਾਂ ਦੇ ਖਾਤਿਆਂ ਦੇ ਵਿੱਚ ਪੈਸੇ ਆਉਣ ਤਾਂ ਕਿ ਉਹ ਆਪਣਾ ਕੰਮ ਦੁਬਾਰੇ ਉਹਦਾ ਤੋਰੂਆ ਤੋਰ ਸਕਣ। ਸੋ ਇਹ ਚੀਜ਼ਾਂ ਦੀ ਲੋੜ ਜ਼ਰੂਰ ਹੁੰਦੀ ਹੈ। ਸੋ ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਸੁਰੱਖਿਅਤ ਰਹੋ, ਚੜ੍ਹਦੀ ਕਲਾ ਦੇ ਵਿੱਚ ਰਹੋ, ਦੂਜਿਆਂ ਦੀ ਮਦਦ ਕਰਦੇ ਰਹੋ, ਅਤੇ ਕੱਲ੍ਹ ਨੂੰ ਫਿਰ ਮਿਲਾਂਗੇ ਪ੍ਰਾਈਮ ਟਾਈਮ ਦੇ ਵਿੱਚ 8:30 ਵਜੇ। ਧਰਮ ਰਾਹੀਂ ਸੱਚ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਮਰਪਿਤ ਸਬਸਕ੍ਰਾਈਬ ਕਰੋ ਸਾਡਾ ਨਵਾਂ ਚੈਨਲ ਦਾ ਖਾਲਸ TV ਧਰਮ।